ਅੱਜ ਆਪਾਂ ਵਚਨ ਦੇ ਵਿੱਚੋਂ ਇਹੀ ਸਿੱਖਣਾ ਆ ਕਿ ਪਰਮੇਸ਼ਵਰ ਜੀ ਦਾ ਵਚਨ ਸਾਡੇ ਅੰਦਰ ਕਿਹੋ ਜਿਹਾ ਬਦਲਾਵ ਜਿਹੜਾ ਆ ਉਹ ਦੇਖਣਾ ਚਾਹੁੰਦਾ ਆ। ਹਾਲੇਲੂਇਆ। ਆਓ ਆਪਾਂ ਦੇਖਦੇ ਹਾਂ ਯਸਾਇਆ ਦੀ ਕਿਤਾਬ ਓਲਡ ਟੈਸਟਾਮੈਂਟ ਦੇ ਵਿੱਚ, ਪਵਿੱਤਰ ਬਾਈਬਲ ਦੇ ਵਿੱਚੋਂ ਯਸਾਇਆ ਦੀ ਕਿਤਾਬ ਉਹਦਾ 30 ਨੰਬਰ ਅਧਿਆਏ ਤੇ ਉਹਦੀ 15 ਤੇ 16 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਹੈ, ਪ੍ਰਭੂ ਯਹੋਵਾ ਇਜ਼ਰਾइल ਦਾ ਪਵਿੱਤਰ ਪੁਰਖ ਇਉਂ ਆਖਦਾ ਹੈ, ਮੁੜ ਆਉਣ ਵਿੱਚ ਤਾਂ ਚੈਨ ਵਿੱਚ ਤੁਹਾਡਾ ਬਚਾਓ ਹੋਵੇਗਾ, ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ। ਪਰ ਤੁਸਾਂ ਨਾ ਚਾਹਿਆ, ਪਰ ਤੁਸਾਂ ਆਖਿਆ ਨਹੀਂ ਅਸੀਂ ਘੋੜਿਆਂ ਤੇ ਨੱਠਾਂਗੇ, ਤਦੇ ਤੁਸੀਂ ਨੱਠੋਗੇ, ਅਸੀਂ ਤੇਜ਼ ਚੱਲਣ ਵਾਲਿਆਂ ਉੱਤੇ ਚੜਾਂਗੇ, ਤਦੇ ਤੁਹਾਡਾ ਪਿੱਛਾ ਕਰਨ ਵਾਲੇ ਤੇਜ਼ ਹੋਣਗੇ। ਸੋ ਵਚਨ ਦੇ ਵਿੱਚ ਲਿਖਿਆ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਜੀ ਸਾਨੂੰ ਇਉਂ ਕਹਿੰਦੇ ਆ, ਲਿਖਿਆ ਇਜ਼ਰਾइल ਦਾ ਪਵਿੱਤਰ ਪੁਰਖ ਇਉਂ ਆਖਦਾ, ਮੁੜ ਆਉਣ ਵਿੱਚ ਤੇ ਚੈਨ ਵਿੱਚ ਤੁਹਾਡਾ ਬਚਾਓ ਆ। ਕਿੱਥੋਂ ਮੁੜਨਾ ਆ? ਕਿੱਥੇ ਨੂੰ ਗਏ ਆਪਾਂ? ਵਚਨ ਦੇ ਵਿੱਚ ਲਿਖਿਆ ਪਿਤਾ ਪਰਮੇਸ਼ਵਰ ਜੀ ਕਹਿੰਦੇ ਆ, ਪਾਪ ਦੇ ਰਾਹ ਤੋਂ ਮੁੜ ਆਓ। ਤੌਬਾ ਕਰਨ ਦੇ ਲਈ ਕਿਹਾ ਜਾ ਰਿਹਾ ਹੈ। ਜੇ ਅਸੀਂ ਪਾਪ ਤੋਂ ਮੁੜ ਆਈਏ ਤਾਂ ਵਚਨ ਲਿਖਿਆ ਉਹਦੇ 'ਚ ਚੈਨ ਆ। ਜੇ ਆਪਾਂ ਮੁੜਦੇ ਨਹੀਂ ਆ, ਪੁਰਾਣੇ ਬੁਰਾਈ ਵਾਲੇ ਕੰਮਾਂ ਦੇ ਵਿੱਚ ਲੱਗੇ ਹੋਏ ਆ, ਫਿਰ ਉਹਨਾਂ ਕੰਮਾਂ ਦੇ ਵਿੱਚ ਚੈਨ ਨਹੀਂ ਆ। ਪਰ ਕਹਿੰਦਾ ਮੁੜ ਆਉਣ ਵਿੱਚ ਚੈਨ ਤੇ ਚੈਨ ਵਿੱਚ ਤੁਹਾਡਾ ਬਚਾਓ ਹੋਵੇਗਾ। ਹਾਲੇਲੂਇਆ। ਫਿਰ ਆਪਣਾ ਬਚਾਓ ਹੋਣਾ ਆ, ਫਿਰ ਆਪਾਂ ਨੂੰ ਚੈਨ ਆਉਣਾ ਆ ਜੇ ਆਪਾਂ ਪੁਰਾਣੀ ਚੀਜ਼ਾਂ ਚੋਂ ਬਾਹਰ ਆ ਗਏ, ਜੇ ਆਪਾਂ ਬੁਰਾਈਆਂ ਨੂੰ ਛੱਡ ਦਈਏ, ਜੇ ਆਪਾਂ ਚੁਗਲੀ ਨਿੰਦਿਆ ਨੂੰ ਛੱਡ ਦਈਏ, ਜੇ ਆਪਾਂ ਹੇਰਾ ਫੇਰੀਆਂ ਨੂੰ ਛੱਡ ਦਈਏ, ਆਪਾਂ ਮੁੜ ਆਈਏ। ਬਹੁਤ ਤਰ੍ਹਾਂ ਦੇ ਪਾਪ ਆ ਆਪਣੇ ਜੀਵਨ ਦੇ ਵਿੱਚ। ਆਪਾਂ ਨੂੰ ਉਹਨਾਂ ਪਾਪਾਂ ਦੇ ਵਿੱਚੋਂ, ਉਹਨਾਂ ਪਾਪਾਂ ਦੀ ਗੁਲਾਮੀ ਚੋਂ ਬਾਹਰ ਨਿਕਲਣ ਦੀ ਜ਼ਰੂਰਤ ਆ। ਔਰ ਜੇ ਆਪਾਂ ਉਹਨਾਂ ਚੋਂ ਬਾਹਰ ਆ ਜਾਾਂਗੇ, ਉੱਥੋਂ ਵਾਪਸ ਮੁੜਾਂਗੇ, ਤੇ ਫਿਰ ਆਪਣਾ ਬਚਾਓ ਹੋਵੇਗਾ। ਵਚਨ ਦੇ ਵਿੱਚ ਏਦਾਂ ਲਿਖਿਆ, ਫਿਰ ਬਚਾਓ ਹੋਵੇਗਾ, ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ। ਜੇ ਸ਼ਾਂਤੀ ਹੋਊਗੀ ਸਾਡੇ ਜੀਵਨ ਵਿੱਚ, ਭਰੋਸਾ ਹੋਊਗਾ, ਨੇਚਾ ਹੋਊਗੀ, ਫੇਥਫੁਲਨੈਸ ਹੋਊਗੀ, ਫਿਰ ਸਾਡੇ ਵਿੱਚ ਪਰਮੇਸ਼ਵਰ ਦਾ ਬਲ ਵੀ ਹੋਊਗਾ। ਪਰ ਜੇ ਸਾਡੇ ਅੰਦਰ ਪਰਮੇਸ਼ਵਰ ਦੀ ਸ਼ਾਂਤੀ ਨਹੀਂ ਆ, ਪਰਮੇਸ਼ਵਰ ਦੇ ਉੱਤੇ ਭਰੋਸਾ ਨਹੀਂ ਆ, ਫਿਰ ਆਪਾਂ ਨਿਰਬਲ ਆ। ਤੇ ਜਿਹੜਾ ਨਿਰਬਲ ਹੁੰਦਾ ਉਹ ਕੁਝ ਵੀ ਨਹੀਂ ਕਰ ਸਕਦਾ। ਪਰ ਜਿਹੜਾ ਬਲਸ਼ਾਲੀ ਆ, ਜਿਹੜਾ ਸ਼ਕਤੀਮਾਨ ਆ, ਉਹ ਸਭ ਕੁਝ ਕਰ ਸਕਦਾ ਆ। ਤੇ ਵਚਨ ਦੇ ਵਿੱਚ ਲਿਖਿਆ, ਜੇ ਅਸੀਂ ਬੁਰੀਆਂ ਚੀਜ਼ਾਂ ਤੋਂ ਮੁੜ ਆਈਏ, ਫਿਰ ਸਾਨੂੰ ਚੈਨ ਮਿਲਣਾ ਆ, ਫਿਰ ਅਸੀਂ ਬਚਾਏ ਜਾਣਾ ਆ। ਜੇ ਸਾਡੇ ਜੀਵਨ ਵਿੱਚ ਸ਼ਾਂਤੀ ਹੋਵੇ, ਤੇ ਸ਼ਾਂਤੀ ਸਾਡੇ ਜੀਵਨ ਵਿੱਚ ਕਿੱਦਾਂ ਆ ਸਕਦੀ ਆ? ਜੇ ਸ਼ਾਂਤੀ ਦਾ ਰਾਜਕੁਮਾਰ ਸਾਡੇ ਜੀਵਨ ਦੇ ਵਿੱਚ ਆ ਜਾਏ। ਔਰ ਸ਼ਾਂਤੀ ਦਾ ਰਾਜਕੁਮਾਰ ਕੌਣ ਆ? ਪ੍ਰਭੂ ਯਿਸੂ ਮਸੀਹ ਜੀ। ਹਾਲੇਲੂਇਆ। ਜੇ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਆ, ਫਿਰ ਸਾਡੇ ਜੀਵਨ ਵਿੱਚ ਸ਼ਾਂਤੀ ਆ। ਤੇ ਜੇ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਜੀ ਨਹੀਂ ਆ, ਫਿਰ ਆਪਣੇ ਜੀਵਨ ਵਿੱਚ ਸ਼ਾਂਤੀ ਵੀ ਨਹੀਂ ਹੋ ਸਕਦੀ। ਫਿਰ ਭਟਕਣਾ ਲੱਗੀ ਰਹਿੰਦੀ ਬੰਦੇ ਨੂੰ, ਫਿਰ ਉਹ ਤੜਫਦਾ ਰਹਿੰਦਾ ਆ, ਫਿਰ ਉਹ ਕਾਹਲੀਆਂ ਕਰਦਾ ਆ, ਉਹ ਇੱਧਰ ਉੱਧਰ ਨੂੰ ਨੱਠਦਾ ਆ। ਪਰ ਜਦੋਂ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਆ ਜਾਂਦੇ ਆ, ਜਦੋਂ ਸਾਡਾ ਭਰੋਸਾ ਪਰਮੇਸ਼ਵਰ ਦੇ ਉੱਤੇ ਹੋ ਜਾਂਦਾ, ਫਿਰ ਸਾਨੂੰ ਬਲ ਮਿਲਦਾ ਆ, ਫਿਰ ਸਾਡੇ ਅੰਦਰ ਬਲ ਆ ਜਾਂਦਾ ਆ। ਬਲ ਕਿਵੇਂ ਆਉਂਦਾ? ਕਿਉਂਕਿ ਵਚਨ ਦੇ ਵਿੱਚ ਲਿਖਿਆ, ਮੈਂ ਸਭ ਕੁਝ ਕਰ ਸਕਦਾ ਆ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਖਸ਼ਦਾ। ਤੇ ਵਚਨ ਦੇ ਵਿੱਚ ਇਦਾਂ ਵੀ ਲਿਖਿਆ, ਕਹਿੰਦਾ ਜਿਹੜਾ ਮੇਰੇ ਅੰਦਰ ਵਸਦਾ ਆ ਉਹ ਮਹਾਨ ਆ ਉਹਦੇ ਨਾਲੋਂ ਜਿਹੜਾ ਸੰਸਾਰ ਵਿੱਚ ਵਸਦਾ ਆ। ਹਾਲੇਲੂਇਆ। ਜੇ ਪਰਮੇਸ਼ਵਰ ਦਾ ਆਤਮਾ ਸਾਡੇ ਅੰਦਰ ਆ, ਫਿਰ ਅਸੀਂ ਸਭ ਕੁਝ ਕਰ ਸਕਦੇ ਹਾਂ। ਤੇ ਸਭ ਕੁਝ ਕੌਣ ਕਰ ਸਕਦਾ? ਬਲ ਵਾਲਾ ਕਿ ਨਿਰਬਲ? ਬਲ ਵਾਲਾ।
ਇਹਦਾ ਮਤਲਬ ਸਾਨੂੰ ਬਲ ਦੀ ਪ੍ਰਾਪਤੀ ਦੇ ਲਈ ਪਰਮੇਸ਼ਵਰ ਦੇ ਆਤਮਾ ਦੀ ਪ੍ਰਾਪਤੀ ਕਰਨੀ ਪੈਣੀ ਆ। ਜੇ ਅਸੀਂ ਪਰਮੇਸ਼ਵਰ ਦੇ ਆਤਮਾ ਦੀ ਪ੍ਰਾਪਤੀ ਕਰ ਲਈਏ ਫਿਰ ਅਸੀਂ ਸਾਰਾ ਕੁਝ ਕਰ ਸਕਦੇ ਹਾਂ, ਚਾਹੇ ਉਹ ਘਰਾਂ ਦੇ ਕੰਮ ਹੋਣ, ਚਾਹੇ ਉਹ ਬਿਜ਼ਨਸ ਹੋਏ, ਚਾਹੇ ਕਿਸੇ ਦੇ ਨਾਲ ਵਚਨ ਦੇ ਬਾਰੇ ਵਿੱਚ ਗੱਲ ਕਰਨੀ ਹੋਏ, ਫਿਰ ਆਤਮਿਕ ਤਰੱਕੀ ਹੋਏ ਜਾਂ ਸਰੀਰਕ ਤਰੱਕੀ ਹੋਵੇ, ਫਿਰ ਆਪਾਂ ਸਾਰਾ ਕੁਝ ਕਰ ਸਕਦੇ ਹਾਂ। ਕਿਉਂਕਿ ਯਹੋਵਾ ਪਰਮੇਸ਼ਵਰ ਨੇ ਕਿਹਾ ਨਾ ਬਲ ਨਾਲ ਨਾ ਸ਼ਕਤੀ ਨਾਲ ਪਰ ਮੇਰੇ ਆਤਮਾ ਦੇ ਦੁਆਰਾ ਹਰ ਪਹਾੜ ਉਖੜ ਜਾਏਗਾ ਤੇ ਰਾਹ ਪੱਧਰਾ ਹੋ ਜਾਏਗਾ। ਹਾਲੇਲੂਇਆ। ਸਾਡੇ ਮਨੁੱਖੀ ਬਲ ਦੇ ਨਾਲ ਨਹੀਂ, ਮਨੁੱਖੀ ਸ਼ਕਤੀ ਦੇ ਨਾਲ ਨਹੀਂ, ਪਰ ਆਤਮਾ ਦੇ ਬਲ ਦੇ ਨਾਲ, ਜਿਹੜਾ ਪਰਮੇਸ਼ਵਰ ਦਾ ਆਤਮਾ ਆ। ਕਿਉਂਕਿ ਵਚਨ 'ਚ ਲਿਖਿਆ ਮੇਰੇ ਆਤਮਾ ਦੇ ਦੁਆਰਾ। ਔਰ ਕੌਣ ਕਹਿ ਰਿਹਾ ਮੇਰਾ ਆਤਮਾ? ਪਰਮੇਸ਼ਵਰ ਜੀ ਕਹਿੰਦਾ ਮੇਰੇ ਆਤਮਾ ਦੇ ਦੁਆਰਾ ਹਰ ਪਹਾੜ ਉਖੜ ਜੂਗਾ, ਹਰੇਕ ਵਿਪਤਾ ਜਾਂਦੀ ਰਹੂਗੀ, ਹਰ ਸਮੱਸਿਆ ਜਾਂਦੀ ਰਹੂਗੀ ਤੇ ਰਾਹ ਪੱਧਰੇ ਹੋ ਜਾਣਗੇ। ਤੇ ਫਿਰ ਉਹੀ ਆਤਮਾ ਜਿਹੜਾ ਪਰਮੇਸ਼ਵਰ ਜੀ ਦਾ ਆ, ਜੇ ਉਹ ਸਾਡੇ ਅੰਦਰ ਆ ਜਾਵੇ ਤਾਂ ਫਿਰ ਸਾਡੇ ਅੰਦਰੋਂ ਵੀ ਸਾਰੀਆਂ ਬੁਰਾਈਆਂ ਵੀ ਦੂਰ ਹੋ ਜਾਣੀਆਂ ਤੇ ਸਾਡੇ ਰਾਹਾਂ ਦੇ ਵਿੱਚੋਂ ਵੀ ਹਰ ਪ੍ਰਕਾਰ ਦੀਆਂ ਰੁਕਾਵਟਾਂ ਜਿਹੜੀਆਂ ਆ ਉਹ ਦੂਰ ਹੋ ਜਾਣੀਆਂ ਆ। ਕਰਕੇ ਕਿਸੇ ਇਨਸਾਨ ਨੇ ਨਹੀਂ ਕਿਹਾ, ਪਰ ਪਰਮੇਸ਼ਵਰ ਜੀ ਨੇ ਕਿਹਾ ਕਿ ਹਰ ਪਹਾੜ ਉਖੜ ਜੂਗਾ। ਤੇ ਜਦੋਂ ਪਰਮੇਸ਼ਵਰ ਦਾ ਆਤਮਾ ਸਾਡੇ ਅੰਦਰ ਆ ਗਿਆ ਫਿਰ ਆਪਾਂ ਕਹਿਣਾ ਬਿਮਾਰੀਆਂ ਨੂੰ ਚਲੀਆਂ ਜਾਓ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਬਿਮਾਰੀਆਂ ਨੂੰ ਜਾਣਾ ਪੈਣਾ ਹੈ। ਫਿਰ ਤੁਸੀਂ ਦੁਸ਼ਟ ਆਤਮਿਆਂ ਨੂੰ ਕਹਿਣਾ ਨਿਕਲੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ, ਉਹਨਾਂ ਨੂੰ ਨਿਕਲਣਾ ਪੈਣਾ ਹੈ। ਜਦੋਂ ਤੁਸੀਂ ਆਪਣੇ ਬਿਜ਼ਨਸ ਨੂੰ ਬਲੈਸ ਕਰਨਾ ਆ, ਮੇਰੀ ਬਿਜ਼ਨਸ ਵਧੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ, ਬਿਜ਼ਨਸ ਨੇ ਵਧਣ ਲੱਗ ਜਾਣਾ ਆ। ਤੁਸੀਂ ਬੱਚਿਆਂ ਦੇ ਉੱਤੇ ਹੱਥ ਰੱਖ ਕੇ ਕਹਿਣਾ ਆਗਿਆਕਾਰੀ ਤੁਹਾਡੇ ਉੱਤੇ ਕਬਜ਼ਾ ਕਰੇ, ਤੁਹਾਡੇ ਨਿਆਣਿਆਂ ਨੇ ਆਗਿਆਕਾਰੀ ਕਰਨ ਲੱਗ ਜਾਣਾ ਆ। ਪਰ ਹੁਣ ਤੁਸੀਂ ਕਹਿੰਦੇ ਆ ਬਿਜ਼ਨਸ ਚੱਲਣ, ਬਿਜ਼ਨਸ ਚੱਲਦੇ ਨਹੀਂ। ਤੁਸੀਂ ਕਹਿੰਦੇ ਆ ਅਸੀਂ ਅੱਗੇ ਵਧੀਏ, ਤੁਹਾਡੇ ਤੋਂ ਅੱਗੇ ਨਹੀਂ ਵੱਧ ਹੁੰਦਾ। ਤੁਸੀਂ ਚਾਹੁੰਦੇ ਨਿਆਣੇ ਤੁਹਾਡੇ ਆਖੇ ਲੱਗਣ, ਨਿਆਣੇ ਆਖੇ ਨਹੀਂ ਲੱਗਦੇ। ਸਾਰੀਆਂ ਚੀਜ਼ਾਂ ਆਊਟ ਆਫ ਕੰਟਰੋਲ ਹੋਈਆਂ ਪਈਆਂ ਏ। ਕਿਉਂ ਹੋਈਆਂ ਆ? ਕਰਕੇ ਪਰਮੇਸ਼ਵਰ ਦਾ ਆਤਮਾ ਅੰਦਰ ਨਹੀਂ ਆ। ਤੇ ਜਦੋਂ ਪਰਮੇਸ਼ਵਰ ਜੀ ਦਾ ਆਤਮਾ ਅੰਦਰ ਆ ਗਿਆ ਫਿਰ ਮੈਂ ਸਭ ਕੁਝ ਕਰ ਸਕਦਾ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਖਸ਼ਦਾ ਆ। ਕਿਉਂ ਕਰ ਸਕਦਾ ਆ? ਕਿਉਂਕਿ ਜਿਹੜਾ ਮੇਰੇ ਅੰਦਰ ਵਸਦਾ ਆ ਉਹ ਮਹਾਨ ਆ ਉਹਦੇ ਨਾਲੋਂ ਜਿਹੜਾ ਸੰਸਾਰ ਵਿੱਚ ਵਸਦਾ। ਤੇ ਮੇਰੇ ਅੰਦਰ ਕੌਣ ਵਸਦਾ ਆ? ਪਵਿੱਤਰ ਆਤਮਾ, ਪਰਮੇਸ਼ਵਰ ਦਾ ਆਤਮਾ। ਕਿਉਂਕਿ ਪਰਮੇਸ਼ਵਰ ਦੇ ਆਤਮਾ ਦੇ ਨਾਲੋਂ ਮਹਾਨ ਕੁਝ ਨਹੀਂ ਆ। ਪਵਿੱਤਰ ਆਤਮਾ ਦੇ ਨਾਲੋਂ ਵੱਡਾ ਤੇ ਸਾਮਰਥੀ ਕੁਝ ਵੀ ਨਹੀਂ ਆ। ਪਵਿੱਤਰ ਆਤਮਾ ਆ ਜਿਹੜਾ ਸਭ ਕਾਸੇ ਦਾ ਸਿਰਜਣਹਾਰ ਆ ਔਰ ਸਭ ਕੁਝ ਕਰਨ ਦੇ ਲਈ ਸਾਮਰਥੀ ਆ। ਤੇ ਤੁਸੀਂ ਸੋਚ ਕੇ ਦੇਖੋ ਉਹ ਆਤਮਾ ਜਿਹੜਾ ਸਰਵ ਸ਼ਕਤੀਮਾਨ ਦਾ ਆਤਮਾ ਆ, ਜਿਹੜਾ ਸਭ ਕੁਝ ਕਰਨ ਦੇ ਲਈ ਸਾਮਰਥ ਰੱਖਦਾ ਆ, ਜਿਹਦੇ ਦੁਆਰਾ ਸਾਰਾ ਕੁਝ ਹੁੰਦਾ, ਜਦੋਂ ਉਹੀ ਆਤਮਾ ਸਾਡੇ ਅੰਦਰ ਆਣ ਕੇ ਵਸਣ ਲੱਗ ਗਿਆ ਫਿਰ ਆਪਾਂ ਕਿੰਨਾ ਬਲ ਜਿਹੜਾ ਆ ਉਹ ਆਪਣੇ ਅੰਦਰ ਆ ਜਾਣਾ, ਕਿੰਨੇ ਬਲਸ਼ਾਲੀ ਹੋ ਜਾਣਾ ਆਪਾਂ, ਕਿੰਨੇ ਸ਼ਕਤੀਮਾਨ ਬਣ ਜਾਣਾ ਆਪਾਂ। ਕਿਉਂਕਿ ਪਰਮੇਸ਼ਵਰ ਦੇ ਆਤਮਾ ਨੇ ਸਾਡੇ ਅੰਦਰ ਰਹਿਣਾ ਸ਼ੁਰੂ ਕਰ ਦੇਣਾ। ਔਰ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਆ ਔਰ ਕੋਈ ਪਰੇਸ਼ਾਨ ਹੋਣ ਵਾਲੀ ਗੱਲ ਵੀ ਨਹੀਂ ਆ। ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਕਿ ਜਿਹੜਾ ਮਨੁੱਖ ਦਾ ਸਰੀਰ ਆ ਇਹ ਪਰਮੇਸ਼ਵਰ ਦੇ ਆਤਮਾ ਦਾ ਘਰ ਆ। ਇਹ ਅਸਲੀ ਮੰਦਰ ਆ ਜਿਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਵਸਦਾ ਆ। ਅਸਲੀ ਮੰਦਰ ਅਸੀਂ ਆ। ਸਾਡੀ ਜਿਹੜੀ ਬਾਡੀ ਆ ਇਹ ਲਿਵਿੰਗ ਟੈਂਪਲ ਆਫ ਹੋਲੀ ਸਪਿਰਿਟ ਆ। ਪਰਮੇਸ਼ਵਰ ਦੇ ਆਤਮਾ ਦੇ ਰਹਿਣ ਦਾ ਜਿੰਦਾ ਘਰ ਹੈ। ਇਸ ਲਈ ਅਗਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਦਾ ਆਤਮਾ ਇਸ ਮੰਦਰ ਦੇ ਵਿੱਚ ਆਏ, ਹੁਣ ਇਹ ਜਿਸਮ ਨਾ ਰਹਿ ਜਾਏ ਪਰ ਇਹ ਜਿਸਮ ਮੰਦਰ ਹੋ ਜਾਏ। ਤੇ ਮੰਦਰ ਕਿੰਨਾ ਪਵਿੱਤਰ ਸਥਾਨ ਹੁੰਦਾ ਆ। ਇਹ ਮੰਦਰ ਆ ਨਾ ਜਿੱਥੇ ਆਪਾਂ ਬੈਠੇ ਆ। ਮੰਦਰ ਕਿਹਨੂੰ ਕਿਹਾ ਜਾਂਦਾ? ਜਿੱਥੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਫੀਲ ਹੋਏ। ਤਾਂ ਅਸੀਂ ਇਸ ਟੈਂਪਲ ਦੇ ਵਿੱਚ ਆ, ਇਸ ਚਰਚ ਦੇ ਵਿੱਚ ਆ, ਇਸ ਹੈਕਲ ਦੇ ਵਿੱਚ ਆ, ਤਾਂ ਇੱਥੇ ਅਸੀਂ ਪਵਿੱਤਰਤਾ ਹੀ ਫੀਲ ਕਰਦੇ ਹਾਂ।
ਮਨੁੱਖ ਇੱਟਾਂ ਦੇ ਬਣਾਏ ਸਥਾਨ ਨੂੰ ਮੰਦਰ ਬਣਾਉਂਦਾ ਔਰ ਫਿਰ ਉਹਦੀ ਝਾੜੂ ਪੂੰਝ ਕਰਦਾ ਆ, ਉਹਦੀ ਸਫਾਈ ਰੱਖਦਾ ਆ, ਉਹਨੂੰ ਧੋਂਦਾ ਆ, ਉਹਨੂੰ ਸਵਾਰਦਾ ਆ, ਆਪੇ ਉਹਨੂੰ ਸਫਾਈ ਕਰਦਾ, ਫਿਰ ਆਪੇ ਹੀ ਉੱਥੇ ਚੌਂਕੜਾ ਮਾਰ ਕੇ ਬੈਠਦਾ ਆ। ਪਰ ਜਿੱਥੇ ਪਰਮੇਸ਼ਵਰ ਦੇ ਆਤਮਾ ਨੇ ਬਿਰਾਜਮਾਨ ਹੋਣਾ ਆ, ਉਹਦੀ ਝਾੜ ਪੂੰਝ ਨਹੀਂ ਕਰਦਾ। ਜਿੱਥੇ ਪਰਮੇਸ਼ਵਰ ਦੇ ਆਤਮਾ ਨੇ ਰਹਿ ਕੇ ਕੰਮ ਕਰਨਾ ਆ, ਜਿੱਥੇ ਬੈਠ ਕੇ ਉਹਨੇ ਤੁਹਾਡੀਆਂ ਸਮੱਸਿਆਵਾਂ ਨੂੰ ਹੁਕਮ ਦੇਣਾ ਕਿ ਨਿਕਲ ਜਾਓ, ਜਿੱਥੇ ਬਹਿ ਕੇ ਉਹਨੇ ਤੁਹਾਡੀਆਂ ਬਰਕਤਾਂ ਨੂੰ ਸੱਦਾ ਦੇਣਾ ਕਿ ਆ ਜਾਓ, ਉਸ ਜਗ੍ਹਾ ਦੀ ਜਿਹੜੀ ਸਫਾਈ ਆ ਉਹ ਇਨਸਾਨ ਨਹੀਂ ਕਰਦਾ। ਪਰ ਵਚਨ ਕਹਿੰਦਾ ਮੁੜੋ, ਕਹਿੰਦਾ ਪਵਿੱਤਰ ਪੁਰਖ ਪ੍ਰਭੂ ਯਹੋਵਾ ਇਜ਼ਰਾਇਲ ਦਾ ਪਵਿੱਤਰ ਪੁਰਖ ਇਉਂ ਆਖਦਾ ਮੁੜ ਆਉਣ, ਮੁੜਨ ਵਾਸਤੇ ਕਹਿੰਦਾ ਆ, ਬੁਰੀਆਂ ਰਾਹਾਂ ਤੋਂ ਮੁੜਨ ਵਾਸਤੇ। ਇਸ ਲਈ ਜੇ ਤੁਸੀਂ ਚਾਹੁੰਦੇ ਆ ਤੁਹਾਡਾ ਜਿਸਮ ਮੰਦਰ ਹੋ ਜਾਏ, ਇੱਕ ਸਿਸਟਰ ਨੇ ਗਾਣਾ ਗਾਇਆ ਆ YouTube ਤੇ ਹੈਗਾ, ਇਹ ਜਿਸਮ ਜੇ ਹੋ ਜਾਵੇ ਤੰਬੂ ਮਿਲਾਪ ਦਾ। ਜੇ ਇਹ ਮਿਲਾਪ ਦਾ ਤੰਬੂ ਹੋ ਜਾਏ ਤੇ ਇਹਦੇ ਵਿੱਚ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਏ, ਇਹਦੇ ਵਿੱਚ ਪਰਮੇਸ਼ਵਰ ਦਾ ਵਾਸ ਹੋ ਜਾਏ, ਫਿਰ ਤੁਸੀਂ ਸੋਚੋ ਤੁਹਾਨੂੰ ਆਪਣੇ ਹੀ ਆਪ ਨੂੰ ਕਿੰਨਾ ਆਨੰਦ ਹੋਊਗਾ ਕਿ ਤੁਸੀਂ ਹਾਲਾਤਾਂ ਨੂੰ ਕਹਿਣਾ ਬਦਲੋ, ਹਾਲਾਤ ਬਦਲ ਜਾਣੇ। ਤੁਸੀਂ ਕਹਿਣਾ ਇਦਾਂ ਹੋ ਜਾਵੇ, ਉਦਾਂ ਹੀ ਹੋ ਜਾਣਾ ਜਿੱਦਾਂ ਤੁਸੀਂ ਕਹਿਣਾ ਆ। ਕਿੰਨੇ ਲੋਕੀ ਚਾਹੁੰਦੇ ਆ ਕਿ ਇਦਾਂ ਹੋਣ ਲੱਗ ਜਾਵੇ ਤੁਹਾਡੇ ਦੁਆਰਾ। ਇਸ ਸਾਲ 'ਚ ਹੋਊਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ, ਕਿਉਂਕਿ ਤੁਸੀਂ ਉਹ ਪਵਿੱਤਰ ਪਰਜਾ ਹੋ ਜਿਹਨੂੰ ਕਿਸੇ ਮਨੁੱਖ ਨੇ ਨਹੀਂ ਪਰ ਪਰਮੇਸ਼ਵਰ ਨੇ ਚੁਣਿਆ ਆ। ਤੁਸੀਂ ਪਰਮੇਸ਼ਵਰ ਜੀ ਦੇ ਬਹੁਤ ਹੀ ਪਿਆਰੇ ਧੀਆਂ ਤੇ ਪੁੱਤਰ ਹੋ। ਤੁਸੀਂ ਪਰਮੇਸ਼ਵਰ ਦੇ ਚੁਣੇ, ਸੱਦੇ, ਬੁਲਾਏ ਤੇ ਠਹਿਰਾਏ ਹੋਏ ਲੋਕ ਹੋ। ਤੁਸੀਂ ਪਰਮੇਸ਼ਵਰ ਜੀ ਦੀ ਪਵਿੱਤਰ ਪਰਜਾ ਹੋ। ਤੁਸੀਂ ਆਸ਼ੀਸ਼ ਪਾਏ ਹੋਏ ਲੋਕ ਹੋ। ਤੁਸੀਂ ਕੋਈ ਸਧਾਰਨ ਲੋਕ ਨਹੀਂ ਹੋ। ਆਪਣੇ ਆਪ ਨੂੰ ਸਧਾਰਨ ਸਮਝਣਾ ਬੰਦ ਕਰੋ। ਜਿੰਨੀ ਦੇਰ ਤੱਕ ਤੁਸੀਂ ਖੁਦ ਨੂੰ ਸਧਾਰਨ ਸਮਝੋਗੇ, ਆਮ ਸਮਝੋਗੇ, ਉਨੀ ਦੇਰ ਤੱਕ ਤਰੱਕੀ ਨਹੀਂ ਹੋਵੇਗੀ। ਜੇ ਤਰੱਕੀ ਵੱਲ ਨੂੰ ਵਧਣਾ ਆ, ਖੁਦ ਨੂੰ ਖਾਸ ਸਮਝਣਾ ਸ਼ੁਰੂ ਕਰੋ। ਆਪਣੀ ਵੈਲਿਊ ਨੂੰ ਸਮਝੋ। ਤੁਸੀਂ ਯੂਨੀਕ ਆ, ਤੁਸੀਂ ਬਹੁਤ ਮਹੱਤਵਪੂਰਨ ਆ, ਤੁਸੀਂ ਮਾਸਟਰਪੀਸ ਆ, ਤੁਹਾਡੇ ਵਰਗਾ ਕੋਈ ਹੋਰ ਹੈ ਨਹੀਂ। ਔਰ ਸਭ ਤੋਂ ਵੱਡੀ ਗੱਲ ਕਿ ਤੁਹਾਨੂੰ ਪਰਮੇਸ਼ਵਰ ਨੇ ਚੁਣਿਆ ਔਰ ਆਪਣੇ ਆਤਮਾ ਨੂੰ ਤੁਹਾਡੇ ਅੰਦਰ ਟਿਕਾਉਣ ਦੇ ਲਈ ਚੁਣਿਆ। ਔਰ ਜੇ ਤੁਸੀਂ ਚਾਹੁੰਦੇ ਆ ਤੁਹਾਡੇ ਹੀ ਕਹਿਣ ਦੇ ਨਾਲ ਸਾਰਾ ਕੁਝ ਹੋਣ ਲੱਗ ਜੇ, ਫਿਰ ਹੁਣ ਉਹਨਾਂ ਸਾਰੀਆਂ ਚੀਜ਼ਾਂ ਤੋਂ ਸਟੈਪ ਬਾਏ ਸਟੈਪ ਮੁੜਨਾ ਸ਼ੁਰੂ ਕਰ ਦਿਓ ਜਿਹੜੀਆਂ ਚੀਜ਼ਾਂ ਨਾਸ਼ ਵੱਲ ਨੂੰ ਲੈ ਕੇ ਜਾਂਦੀਆਂ। ਜੇ ਫੇਰ ਵੀ ਸਮਝ ਨਾ ਆਵੇ, ਕਈ ਵਾਰੀ ਇਨਸਾਨ ਨੂੰ ਸਮਝ ਨਹੀਂ ਆਉਂਦੀ, ਫਿਰ ਆਪਾਂ ਨੂੰ ਸਮਝ ਆਉਂਦੀ ਜੇ ਆਪਾਂ ਪਰਮੇਸ਼ਵਰ ਜੀ ਤੋਂ ਪੁੱਛੀਏ। ਫਿਰ ਆਪਾਂ ਪਰਮੇਸ਼ਵਰ ਜੀ ਤੋਂ ਪੁੱਛਣਾ ਆ, ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਪ੍ਰਾਰਥਨਾ ਕਰਨੀ, ਪਵਿੱਤਰ ਆਤਮਾ ਜੀ ਮੈਨੂੰ ਦੱਸੋ, ਮੇਰੇ ਜੀਵਨ ਦੀਆਂ ਕਮੀਆਂ ਦੇ ਬਾਰੇ ਵਿੱਚ ਮੈਨੂੰ ਦੱਸੋ ਔਰ ਮੈਨੂੰ ਹਿੰਮਤ, ਬਲ ਤੇ ਦਲੇਰੀ ਦਿਓ। ਮੇਰੀ ਮਦਦ ਕਰੋ ਕਿ ਮੈਂ ਉਹਨਾਂ ਕਮੀਆਂ ਚੋਂ ਬਾਹਰ ਨਿਕਲ ਸਕਾਂ। ਪ੍ਰਭੂ ਤੁਸੀਂ ਆਪਣੇ ਬਲ ਤੇ ਜ਼ੋਰ ਨਾਲ ਮੇਰੀਆਂ ਕਮੀਆਂ ਨੂੰ ਮੇਰੇ ਵਿੱਚੋਂ ਬਾਹਰ ਕੱਢ ਦਿਓ, ਮੇਰੀਆਂ ਬੁਰਾਈਆਂ ਨੂੰ ਮੇਰੇ ਤੋਂ ਵੱਖਰਾ ਕਰ ਦਿਓ। ਇਹਦੀ ਬਜਾਏ ਕਿ ਅਸੀਂ ਪਰਮੇਸ਼ਵਰ ਤੋਂ ਵੱਖਰੇ ਹੋਈਏ, ਚੰਗੀ ਗੱਲ ਨਹੀਂ ਆ, ਪਰ ਜੇ ਸਾਡੀਆਂ ਬੁਰਾਈਆਂ ਸਾਡੇ ਤੋਂ ਵੱਖਰੀਆਂ ਹੋ ਜਾਣ ਅਤੇ ਸਾਡਾ ਮਿਲਾਪ ਪਰਮੇਸ਼ਵਰ ਦੇ ਨਾਲ ਹੋ ਜਾਏ, ਇਹ ਬਹੁਤ ਚੰਗੀ ਗੱਲ ਆ। ਔਰ ਫਿਰ ਤੁਸੀਂ ਦੇਖਿਓ ਤੁਸੀਂ ਦਿਨੋਂ ਦਿਨ ਵੱਧਦੇ ਜਾਣਾ ਹੈ, ਕਿਉਂਕਿ ਇਹ ਸਾਲ ਤੁਹਾਡੀ ਤੇ ਦਾ ਓਪਨ ਡੋਰ ਚਰਚ ਜੀਸਸ ਹੀਲਿੰਗ ਮਿਨਿਸਟਰੀ ਦੀ ਤਰੱਕੀ ਦਾ ਸਾਲ ਆ। ਇਹ ਸਾਡੀ ਪ੍ਰੋਸਪੈਰਿਟੀ ਦਾ ਸਾਲ ਆ, ਇਹ ਸਾਡੇ ਫੈਲਣ ਦਾ ਸਾਲ ਆ, ਇਹ ਸਾਡੇ ਵਧਣ ਦਾ ਸਾਲ ਆ। ਬੇਸ਼ੱਕ ਤੁਸੀਂ ਆਵਾਜ਼ਾਂ ਸੁਣੋਗੇ ਭਿਆਨਕ, ਸਗੋਂ ਮਹਾ ਭਿਆਨਕ ਆਵਾਜ਼ਾਂ ਸੁਣੋਗੇ, ਮਹਾ ਭਿਆਨਕ ਸਿਚੁਏਸ਼ਨਸ ਨੂੰ ਦੇਖੋਗੇ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ। ਆਉਣ ਵਾਲੇ 1.5 ਮਹੀਨੇ ਦੇ ਵਿੱਚ ਤੁਸੀਂ ਦੇਖਿਓ ਕਿਆਮਤ ਦਾ ਰੂਪ ਜਿਹੜਾ ਆ ਉਹ ਕਿੱਦਾਂ ਨਜ਼ਰ ਆਏਗਾ, ਪਰ ਫਿਰ ਵੀ ਤੁਹਾਨੂੰ ਉਹ ਛੂ ਨਾ ਸਕੇਗੀ, ਕਿਉਂਕਿ ਤੁਸੀਂ ਚੁਣੇ ਹੋਏ ਹੋ। ਤੁਹਾਡੇ ਉੱਤੇ ਪਰਮੇਸ਼ਵਰ ਨੇ ਪ੍ਰੋਟੈਕਸ਼ਨ ਸ਼ੀਲਡ ਲਾਈ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੀ। ਔਰ ਅਸੀਂ
ਖਰਾਬ ਸਮੇਂ ਦੇ ਵਿੱਚ ਵੀ ਆਬਾਦ ਹੋਵਾਂਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਔਰ ਕੋਈ ਬੁਰੀ ਚੀਜ਼ ਤੁਹਾਡੇ ਡੇਰੇ ਦੇ ਨੇੜੇ ਵੀ ਨਹੀਂ ਆਊਗੀ। ਇਹ ਪਰਮੇਸ਼ਵਰ ਦਾ ਵਾਅਦਾ ਆ ਤੁਹਾਡੇ ਨਾਲ, ਔਰ ਉਹਨਾਂ ਦੇ ਲਈ ਜਿਹੜੇ ਮੁੜਨਗੇ ਔਰ ਪਰਮੇਸ਼ਵਰ ਦੇ ਨਾਲ ਬਣੇ ਰਹਿਣਗੇ। ਹਾਲੇਲੂਇਆ। ਕਹਿੰਦਾ ਪਰ ਤੁਸਾਂ ਨਹੀਂ ਚਾਹਿਆ। ਕੁਛ ਲੋਕੀ ਕਹਿੰਦੇ ਇਹ ਤਾਂ ਐਵੇਂ ਦੀਆਂ ਗੱਲਾਂ ਆ, ਮੁੜਨ ਦੇ ਵਿੱਚ ਕੀ ਰੱਖਿਆ ਆ, ਚਰਚ ਨੂੰ ਚੱਲੀ ਚੱਲੋ, ਹੋਰ ਸਾਰੇ ਕੰਮ ਕਰੀ ਚੱਲੋ ਤੇ ਪੁਰਾਣੇ ਕੰਮਾਂ ਦੇ ਵਿੱਚ ਵੀ ਲੱਗੇ ਰਹੋ। ਤੇ ਉਹ ਕਹਿੰਦਾ ਤੁਸੀਂ ਘੋੜਿਆਂ ਤੇ ਨੱਠਦੇ ਆ ਤਾਂ ਹੀ ਤੁਹਾਡੀਆਂ ਬਿਪਤਾ ਵੀ ਘੋੜਿਆਂ ਵਾਂਗ ਹੀ ਤੁਹਾਡੇ ਵੱਲ ਨੂੰ ਆਉਂਦੀਆਂ ਆ। ਤੁਸੀਂ ਤੇਜ਼ ਚੀਜ਼ਾਂ ਦੇ ਉੱਤੇ ਡਰਾਈਵ ਕਰਨਾ ਚਾਹੁੰਦੇ ਆ। ਇਹ ਤੇਜ਼ ਚੀਜ਼ਾਂ ਗੱਡੀਆਂ ਮੋਟਰਾਂ ਦੀ ਗੱਲ ਨਹੀਂ ਆ। ਅਸੀਂ ਆਪਣਾ ਭਰੋਸਾ ਸੱਚੇ ਤੇ ਵਾਹਿਦ ਪਰਮੇਸ਼ਵਰ ਤੋਂ ਛੱਡ ਕੇ ਧਾਗਿਆਂ ਤੇ, ਟੂਣਿਆਂ ਤੇ, ਹੋਰਾਂ ਬੁਰੀਆਂ ਚੀਜ਼ਾਂ ਤੇ, ਪੁੱਛਾਂ ਤੇ, ਬਾਬਿਆਂ ਤੇ ਜਦੋਂ ਕਰਦੇ ਆ ਕਿ ਕੋਈ ਸਾਡੇ ਲਈ ਕਰ ਦੇਵੇ, ਚਰਚ ਨੂੰ ਜਾਵਾਂਗੇ ਤਾਂ ਸਾਨੂੰ ਸੁਧਾਰ ਕਰਨਾ ਪੈਣਾ, ਅਸੀਂ ਵਿਗੜੇ ਰਹੀਏ ਤੇ ਕੋਈ ਸਵਾਦ ਦੀ ਪੁੜੀ ਦੇ ਦੇਵੇ ਤੇ ਅਸੀਂ ਸਿਰ ਵਿੱਚ ਪਾ ਲਈਏ ਤਾਂ ਕੰਮ ਹੋ ਜਵੇ। ਕਹਿੰਦਾ ਤੁਸੀਂ ਇਦਾਂ ਦੇ ਪੁੱਠੇ ਕੰਮ ਕਰਦੇ ਆ ਤਾਂ ਹੀ ਬਿਪਤਾ ਵੀ ਤੁਹਾਡੇ ਵੱਲ ਤੇਜ਼ੀ ਨਾਲ ਆਉਂਦੀਆਂ ਰਹਿੰਦੀਆਂ, ਤਬਾਹੀਆਂ ਵੀ ਓਨੀ ਤੇਜ਼ੀ ਨਾਲ ਤੁਹਾਡੇ ਵੱਲ ਨੂੰ ਆਉਂਦੀਆਂ, ਨਾਸ਼ ਵੀ ਓਨੀ ਤੇਜ਼ੀ ਨਾਲ ਤੁਹਾਡੇ ਵੱਲ ਨੂੰ ਆਉਂਦਾ, ਕਿਉਂਕਿ ਤੁਸੀਂ ਹੋਰਾਂ ਚੀਜ਼ਾਂ ਦੇ ਉੱਤੇ ਆਪਣਾ ਭਰੋਸਾ ਰੱਖਦੇ ਆ। ਪਰ ਸਾਨੂੰ ਵਚਨ ਕਹਿੰਦਾ ਮੁੜੋ। ਹੁਣ ਅਸੀਂ ਆਪਣਾ ਭਰੋਸਾ ਉਹਨਾਂ ਤੇ ਨਹੀਂ ਰੱਖਣਾ, ਪਰ ਅਸੀਂ ਹੁਣ ਆਪਣਾ ਭਰੋਸਾ ਪਰਮੇਸ਼ਵਰ ਜੀ ਉੱਤੇ ਰੱਖਣਾ ਆ। ਔਰ ਹਰ ਰੋਜ਼ ਕਹਿਣਾ ਪਰਮੇਸ਼ਵਰ ਦਾ ਆਤਮਾ ਮੇਰੇ ਅੰਦਰ ਵਾਸ ਕਰੇ, ਔਰ ਮੇਰੇ ਅੰਦਰ ਇਦਾਂ ਦੀ ਕਲੀਨਿੰਗ ਹੋ ਜਾਏ, ਇਦਾਂ ਦੀ ਸਫਾਈ ਹੋ ਜਾਏ ਕਿ ਪਰਮੇਸ਼ਵਰ ਦੇ ਆਤਮਾ ਨੂੰ ਮੇਰੇ ਅੰਦਰ ਵਸਣਾ ਚੰਗਾ ਲੱਗੇ। ਹਾਲੇਲੂਇਆ। ਯਸਾਇਆ ਦੀ ਕਿਤਾਬ ਉਹਦਾ 30 ਨੰਬਰ ਅਧਿਆਇ ਤੇ ਉਹਦੀ 18 ਨੰਬਰ ਪੰਕਤੀ 'ਚ ਇਦਾਂ ਲਿਖਿਆ, ਇਸ ਲਈ ਯਹੋਵਾ ਉਡੀਕਦਾ ਹੈ ਭਈ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਇਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ ਭਈ ਉਹ ਤੁਹਾਡੇ ਉੱਤੇ ਰਹਿਮ ਕਰੇ, ਕਿਉਂ ਜੋ ਯਹੋਵਾ ਇਨਸਾਫ ਦਾ ਪਰਮੇਸ਼ਵਰ ਹੈ। ਧੰਨ ਉਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ। ਹਾਲੇਲੂਇਆ। ਵਚਨ ਵਿੱਚ ਲਿਖਿਆ, ਇਸ ਲਈ ਯਹੋਵਾ ਉਡੀਕਦਾ ਹੈ ਭਈ ਉਹ ਤੁਹਾਡੇ ਉੱਤੇ ਕਿਰਪਾ ਕਰੇ। ਪਰਮੇਸ਼ਵਰ ਜੀ ਤੁਹਾਡੀ ਉਡੀਕ ਤੁਹਾਡੇ ਉੱਤੇ ਕਿਰਪਾ ਕਰਨ ਦੇ ਲਈ ਕਰ ਰਹੇ ਆ। ਦੇਖੋ ਕਿੰਨੀ ਖੁਸ਼ੀ ਵਾਲੀ ਗੱਲ ਆ ਕਿ ਪਰਮੇਸ਼ਵਰ ਜੀ ਤੁਹਾਨੂੰ ਉਡੀਕ ਰਹੇ ਆ, ਇਸ ਲਈ ਨਹੀਂ ਕਿ ਤੁਹਾਨੂੰ ਸਜ਼ਾ ਦੇਣ, ਪਰ ਇਸ ਲਈ ਕਿ ਉਹ ਤੁਹਾਡੇ ਉੱਤੇ ਕਿਰਪਾ ਕਰੇ। ਪ੍ਰਭੂ ਤੁਹਾਡੇ ਉੱਤੇ ਕਿਰਪਾ ਕਰਨਾ ਚਾਹੁੰਦੇ ਆ। ਪ੍ਰਭੂ ਜੀ ਤੁਹਾਡੇ ਦੁੱਖਾਂ ਤੋਂ ਤੁਹਾਨੂੰ ਛੁਡਾਉਣਾ ਚਾਹੁੰਦੇ ਆ। ਪ੍ਰਭੂ ਤਬਾਹੀ ਤੋਂ ਤੁਹਾਨੂੰ ਬਚਾਉਣਾ ਚਾਹੁੰਦੇ ਆ। ਪ੍ਰਭੂ ਨਰਕ ਦੀ ਅੱਗ ਤੋਂ ਤੁਹਾਨੂੰ ਬਚਾਉਣਾ ਚਾਹੁੰਦੇ ਆ। ਪ੍ਰਭੂ ਚਾਹੁੰਦੇ ਆ ਕਿ ਤੁਸੀਂ ਜੀਵਨ ਦੀ ਪੋਥੀ ਵਿੱਚ ਪਾਏ ਜਾਓ ਔਰ ਸਵਰਗ ਰਾਜ ਦੇ ਅਧਿਕਾਰੀ ਹੋਵੋ। ਪ੍ਰਭੂ ਜੀ ਦੀ ਇੱਛਾ ਆ ਤੁਹਾਡੇ ਘਰਾਂ ਵਿੱਚ ਖਾਣ ਦੇ ਲਈ ਹੋਏ। ਪ੍ਰਭੂ ਦੀ ਇੱਛਾ ਆ ਤੁਹਾਡੇ ਪਾਉਣ ਨੂੰ ਚੰਗੇ ਵਸਤਰ ਹੋਣ, ਤੁਹਾਡੇ ਰਹਿਣ ਨੂੰ ਪੱਕੀਆਂ ਛੱਤਾਂ ਹੋਣ। ਇਹ ਪਰਮੇਸ਼ਵਰ ਦੀ ਇੱਛਾ ਆ। ਜਿੱਦਾਂ ਅਸੀਂ ਧਰਤੀ ਦੇ ਮਾਪੇ ਆਪਣੇ ਨਿਆਣਿਆਂ ਦੇ ਲਈ ਬੈਸਟ ਕਰਦੇ ਆ, ਚੰਗਾ ਕਰਦੇ, ਉੱਤਮ ਕਰਦੇ ਆ, ਤਾਂ ਤੁਸੀਂ ਸੋਚੋ ਸਰਵ ਸ਼ਕਤੀਮਾਨ ਪਰਮੇਸ਼ਵਰ ਕਿੰਨਾ ਬੈਸਟ ਸਾਡੇ ਲਈ ਕਰ ਸਕਦੇ ਆ। ਹਾਲੇਲੂਇਆ। ਇਸ ਲਈ ਉਹ ਸਾਨੂੰ ਉਡੀਕ ਰਿਹਾ ਹੈ। ਪ੍ਰਭੂ ਜੀ ਸਾਨੂੰ ਉਡੀਕ ਰਹੇ ਹਨ ਕਿ ਅਸੀਂ ਪ੍ਰਭੂ ਜੀ ਦੇ ਕੋਲ ਜਾਈਏ ਔਰ ਪ੍ਰਭੂ ਦੇ ਕੋਲੋਂ ਕਿਰਪਾ ਦੇ ਭਾਗੀਦਾਰ ਹੋ ਜਾਈਏ। ਕਹਿੰਦਾ ਇਸ ਲਈ ਉਹ ਆਪਣੇ ਆਪ ਨੂੰ ਉੱਚਾ ਕਰਦਾ ਆ। ਪਰਮੇਸ਼ਵਰ ਆਪਣੀ ਮਹਿਮਾ ਨੂੰ ਸਾਡੇ ਉੱਤੇ ਪ੍ਰਗਟ ਕਰਦੇ ਆ ਬਹੁਤ ਸਾਰਿਆਂ ਦੇ ਜੀਵਨ ਦੀਆਂ ਗਵਾਹੀਆਂ ਦੇ ਰਾਹੀਂ। ਜਦੋਂ ਆਪਾਂ ਗਵਾਹੀਆਂ ਸੁਣਦੇ ਆ, ਮਹਿਮਾ ਹੁੰਦੀ ਆ ਨਾ ਪਰਮੇਸ਼ਵਰ ਦੀ ਕਿ 35 ਸਾਲ ਦਾ ਰੋਗੀ ਸ਼ਿਫਾ ਪਾ ਗਿਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਕੋਈ 10 ਸਾਲਾਂ ਬਾਅਦ ਬਾਂਝਪਨ ਤੋਂ ਛੁਟਕਾਰਾ ਪਾ ਰਿਹਾ ਔਰ ਉਹਦੀ ਕੁੱਖ ਆਬਾਦ ਹੋਈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਤਾਂ ਪਰਮੇਸ਼ਵਰ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਅੱਗੇ ਆਪਣੇ ਆਪ ਨੂੰ ਉੱਚਾ ਕਰਦੇ ਕਿ ਅਸੀਂ ਸਮਝੀਏ ਕਿ ਜੇ ਇਸ ਇਨਸਾਨ ਦੇ ਉੱਤੇ ਪਰਮੇਸ਼ਵਰ ਜੀ ਨੇ ਰਹਿਮਤ ਕੀਤੀ ਆ, ਉਹ ਸਾਡੇ ਉੱਤੇ ਕਰਨ ਦੇ ਲਈ ਵੀ ਸਾਮਰਥੀ ਆ। ਜਿੱਦਾਂ ਇਹਨਾਂ ਦੇ ਹਾਲਾਤ ਬਦਲੇ ਆ, ਸਾਡੇ ਵੀ ਬਦਲ ਸਕਦੇ ਆ। ਔਰ ਇਹਨਾਂ ਦੇ ਹਾਲਾਤ ਇਹਨਾਂ ਦੀ ਕੋਸ਼ਿਸ਼ ਦੇ ਨਾਲ ਨਹੀਂ, ਪਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਬਦਲੇ ਆ। ਇਸੇ ਤਰ੍ਹਾਂ ਸਾਡੀਆਂ ਸਿਚੁਏਸ਼ਨਸ ਵੀ, ਸਾਡੇ ਹਾਲਾਤ ਵੀ ਪਰਮੇਸ਼ਵਰ ਜੀ ਦੀ ਕਿਰਪਾ ਦੇ ਨਾਲ ਜ਼ਰੂਰ ਬਦਲਣਗੇ।
ਹਾਲੇਲੂਇਆ। ਔਰ ਪਰਮੇਸ਼ਵਰ ਆਪ ਨੂੰ ਉੱਚਾ ਕਰਦਾ ਹੈ ਭਈ ਉਹ ਤੁਹਾਡੇ ਉੱਤੇ ਰਹਿਮ ਕਰੇ। ਵਚਨ 'ਚ ਲਿਖਿਆ ਨੇਚਾ ਸੁਣਨ ਨਾਲ ਆਉਂਦੀ ਆ। ਜਦੋਂ ਆਪਾਂ ਸੁਣਦੇ ਆ ਨਾ ਤਾਂ ਫਿਰ ਨੇਚਾ ਦੇ ਵਿੱਚ ਵੱਧਦੇ ਆ, ਨੇਚਾ ਦੇ ਵਿੱਚ ਮਜ਼ਬੂਤ ਹੁੰਨੇ ਆ, ਮਨ ਨੂੰ ਦਲੇਰੀ ਆਉਂਦੀ ਆ ਵੀ ਇਹਨਾਂ ਨੇ ਨੇਚਾ ਕੀਤੀ ਆ, ਅਸੀਂ ਵੀ ਨੇਚਾ ਕਰਕੇ ਉਹਨਾਂ ਚੀਜ਼ਾਂ ਨੂੰ ਹਾਸਲ ਕਰਾਂਗੇ ਜਿਹੜੀਆਂ ਅੱਜ ਤੱਕ ਨਹੀਂ ਕਰ ਸਕੇ। ਔਰ ਪਰਮੇਸ਼ਵਰ ਚਾਹੁੰਦੇ ਵੀ ਸਾਡੇ ਉੱਤੇ ਉਹ ਰਹਿਮ ਕਰੇ, ਕਿਉਂ ਜੋ ਯਹੋਵਾ ਇਨਸਾਫ ਦਾ ਪਰਮੇਸ਼ਵਰ ਹੈ ਤਾਂ ਉਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਆ। ਔਰ ਪਰਮੇਸ਼ਵਰ ਬੇਨਿਆਈ ਨਹੀਂ ਆ ਕਿ ਇੱਕ ਪ੍ਰਾਰਥਨਾ ਕਰੇ ਤੇ ਉਹਨੂੰ ਮਿਲ ਜੇ ਤੇ ਦੂਜਾ ਪ੍ਰਾਰਥਨਾ ਕਰੇ ਤੇ ਉਹਨੂੰ ਉਹ ਦੇਵੇ ਨਾ। ਪਰ ਪਰਮੇਸ਼ਵਰ ਇਨਸਾਫ ਕਰਨ ਵਾਲੇ ਪਰਮੇਸ਼ਵਰ ਆ। ਉਹ ਹਰ ਜੱਜ ਜਿਹੜਾ ਇਸ ਧਰਤੀ ਦਾ ਹੈ ਨਾ, ਉਹਨਾਂ ਤੋਂ ਉੱਤੋਂ ਦੀ ਮਹਾਪ੍ਰਧਾਨ ਜਾਜਕ, ਉਹ ਸਭ ਤੋਂ ਵੱਡਾ ਇਨਸਾਫ ਕਰਨ ਵਾਲਾ ਪਰਮੇਸ਼ਵਰ ਆ। ਜੇ ਦੋ ਇਨਸਾਨ ਆਪਣੇ ਜੀਵਨ ਦੇ ਵਿੱਚ ਸੁਧਾਰ ਲਿਆਉਂਦੇ ਆ ਤੇ ਉਹ ਦੋਵਾਂ ਦੇ ਸੁਧਾਰ ਦੇ ਅਨੁਸਾਰ ਤੇ ਦੋਵਾਂ ਦੀ ਨੇਚਾ ਦੇ ਅਨੁਸਾਰ ਉਹਨਾਂ ਨੂੰ ਬਰਕਤ ਦੇਣ ਦੇ ਲਈ ਸਾਮਰਥੀ ਆ। ਉਹ ਪੱਖਪਾਤ ਨਹੀਂ ਕਰਦਾ। ਇਹੀ ਤਾਂ ਉਹਦਾ ਚੰਗਾ ਗੁਣ ਤੇ ਚੰਗਾ ਸੁਭਾਅ ਆ, ਇਹੀ ਤਾਂ ਉਹਦਾ ਧਰਮ ਆ। ਅਸੀਂ ਧਰਮ ਕਿਸੇ ਹੋਰ ਚੀਜ਼ ਨੂੰ ਸਮਝਦੇ ਹਾਂ, ਪਰ ਪਰਮੇਸ਼ਵਰ ਦਾ ਧਰਮ ਕੀ ਆ ਕਿ ਉਹ ਇਨਸਾਫ ਕਰਦਾ ਆ। ਪਰਮੇਸ਼ਵਰ ਦਾ ਧਰਮ ਕੀ ਆ? ਉਹ ਦਇਆਲੂ ਆ। ਪਰਮੇਸ਼ਵਰ ਦਾ ਧਰਮ ਕੀ ਆ? ਉਹ ਪੱਖਪਾਤ ਨਹੀਂ ਕਰਦਾ। ਪਰਮੇਸ਼ਵਰ ਦਾ ਧਰਮ ਕੀ ਆ? ਉਹ ਪ੍ਰੇਮ ਕਰਨ ਵਾਲਾ ਪਰਮੇਸ਼ਵਰ ਆ। ਆਹੀ ਧਰਮ ਹੁੰਦਾ ਆ। ਬਾਕੀ ਸਾਰੀਆਂ ਡੈਫੀਨੇਸ਼ਨ ਗਲਤ ਆ। ਇੱਥੇ ਵਚਨ ਦੇ ਵਿੱਚ ਲਿਖਿਆ ਉਹ ਇਨਸਾਫ ਕਰਨ ਵਾਲਾ ਪਰਮੇਸ਼ਵਰ ਆ ਤੇ ਧੰਨ ਆ ਉਹ ਲੋਕ ਜਿਹੜੇ ਉਹਨੂੰ ਉਡੀਕਦੇ ਆ, ਜਿਹੜੇ ਇਸ ਲਈ ਬੁਰਾਈ ਨਹੀਂ ਕਰਦੇ ਔਰ ਉਡੀਕ ਰੱਖਦੇ ਆ, ਨਹੀਂ ਮੈਂ ਬੁਰਾਈ ਨਹੀਂ ਕਰਾਂਗਾ ਕਿਉਂਕਿ ਮੇਰੇ ਪਰਮੇਸ਼ਵਰ ਨੇ ਮੇਰਾ ਹਿਸਾਬ ਕਰਨਾ ਆ, ਮੇਰੇ ਪਰਮੇਸ਼ਵਰ ਨੇ ਆਉਣਾ ਆ, ਉਹ ਆਉਣ ਵਾਲਾ ਆ, ਮੈਂ ਉਹਦੇ ਕੋਲ ਜਾਣ ਵਾਲਾ ਆ। ਨਹੀਂ, ਮੈਂ ਝੂਠ ਬੋਲ ਕੇ ਥੋੜੇ ਜਿਹੇ ਬੈਨੀਫਿਟ ਦੇ ਲਈ ਆਪਣੇ ਆਤਮਾ ਦੇ ਵਸਤਰਾਂ ਉੱਤੇ ਦਾਗ ਨਹੀਂ ਲਗਾਵਾਂਗਾ ਕਿਉਂਕਿ ਮੈਂ ਪਰਮੇਸ਼ਵਰ ਦੇ ਇਨਸਾਫ ਨੂੰ ਉਡੀਕਦਾ ਆ। ਮੈਂ ਉਸ ਜੱਜਮੈਂਟ ਦੇ ਵਿੱਚ ਜਾਣਾ ਆ ਜਿੱਥੇ ਜਾਂ ਤਾਂ ਸਵਰਗ ਜਾਂ ਨਰਕ ਦੇ ਵਿੱਚ ਪਾਇਆ ਜਾਣਾ ਆ। ਕਹਿੰਦਾ ਧੰਨ ਆ ਉਹ ਜਿਹੜੇ ਉਹਨੂੰ ਉਡੀਕਦੇ ਆ। ਅਸੀਂ ਉਹਨੂੰ ਉਡੀਕਣਾ ਆ। ਬਹੁਤ ਸਾਰੇ ਲੋਕ ਕਹਿੰਦੇ ਇੰਨਾ ਚਿਰ ਹੋ ਗਿਆ ਹਾਲੇ ਫਲਾਨਾ ਕੰਮ ਹੋਇਆ ਨਹੀਂ, ਉਹ ਉੱਥੋਂ ਮੁੜਨ ਲੱਗ ਜਾਂਦੇ ਆ। ਕੀ ਪਤਾ ਵੈਰੀ ਨੈਕਸਟ ਡੇ ਹੋ ਜੇ, ਠੀਕ ਅਗਲੇ ਹੀ ਦਿਨ ਉਹ ਕੰਮ ਹੋ ਜਵੇ। ਉਹ ਇੱਕ ਦਿਨ ਪਹਿਲਾਂ ਹੀ ਮੁੜੇ ਹੋਣ, ਜੇ ਇੱਕ ਦਿਨ ਹੋਰ ਅੱਗੇ ਚਲੇ ਜਾਂਦੇ ਹੋ ਸਕਦਾ ਉਸ ਚੀਜ਼ ਨੂੰ ਦੇਖ ਲੈਂਦੇ ਜਿਹਦੇ ਲਈ ਉਹ ਚਿਰਾਂ ਤੋਂ ਤਰਸ ਰਹੇ ਸੀਗੇ। ਤਾਂ ਅਸੀਂ ਮੁੜਨਾ ਨਹੀਂ ਆ, ਅਸੀਂ ਬੈਕਸਲਾਈਡ ਨਹੀਂ ਹੋਣਾ, ਅਸੀਂ ਠੰਡੇ ਨਹੀਂ ਹੋਣਾ, ਅਸੀਂ ਆਪਣੇ ਜਿਹੜੇ ਹਥਿਆਰ ਆ ਉਹ ਸਿੱਟਣੇ ਨਹੀਂ। ਦੁਨੀਆ ਵੱਲ ਦੇਖ ਕੇ ਪਾਪ ਵਿੱਚ ਨਹੀਂ ਪੈ ਜਾਣਾ ਕਿ ਦੁਨੀਆ ਤਾਂ ਬਹੁਤ ਮਾਡਰਨ ਹੋ ਗਈ ਆ, ਜੇ ਇਹਨਾਂ ਦੇ ਸਾਹਮਣੇ ਅਸੀਂ ਹੱਥ ਚੱਕ ਕੇ ਦੁਆ ਕਰਦੇ ਆ ਕਹਿੰਦੇ ਵੱਡੇ ਭਗਤ, ਤਾਂ ਹੁਣ ਅਸੀਂ ਹੱਥ ਚੱਕ ਕੇ ਦੁਆ ਕਰਨੀ ਬੰਦ ਕਰ ਦਈਏ, ਅਸੀਂ ਚਰਚ ਨੂੰ ਜਾਣਾ ਬੰਦ ਕਰ ਦਈਏ। ਦੁਨੀਆ ਨੇ ਤੁਹਾਨੂੰ ਬਿਪਤਾ ਵਿੱਚੋਂ ਕੱਢਣਾ ਨਹੀਂ, ਬਿਪਤਾ ਚੋਂ ਉਹਨੇ ਹੀ ਕੱਢਣਾ ਜਿਹਦੇ ਅੱਗੇ ਤੁਸੀਂ ਹੱਥ ਚੱਕਦੇ ਆ। ਹਾਲੇਲੂਇਆ। ਇਸ ਕਰਕੇ ਹੱਥ ਚੱਕ ਕੇ ਦੁਆਵਾਂ ਕਰਨੀਆਂ ਨਾ ਛੱਡਿਓ, ਉਡੀਕਦੇ ਰਹੋ, ਪਰਮੇਸ਼ਵਰ ਵਿੱਚ ਬਣੇ ਰਹੋ ਤਾਂ ਜੋ ਪਰਮੇਸ਼ਵਰ ਤੁਹਾਡੇ ਉੱਤੇ ਰਹਿਮ ਕਰੇ ਅਤੇ ਪਰਮੇਸ਼ਵਰ ਤੁਹਾਡੇ ਉੱਤੇ ਕਿਰਪਾ ਕਰਨ ਤੇ ਤੁਹਾਡੀਆਂ ਬਰਕਤਾਂ ਤੁਹਾਨੂੰ ਮਿਲਣ। ਹਾਲੇਲੂਇਆ। ਦੇਖੋ ਆਪਾਂ ਪ੍ਰਭੂ ਯਿਸੂ ਮਸੀਹ ਜੀ ਦੀ ਦੁਲਹਨ ਆ। ਕਿੰਨੇ ਜਣੇ ਵਿਸ਼ਵਾਸ ਕਰਦੇ ਆ? ਸਾਰੇ ਜਣੇ, ਕਿਉਂਕਿ ਆਪਾਂ ਮਿਲ ਕੇ ਉਹਦੀ ਬ੍ਰਾਈਡ ਆ। ਸਗੋਂ ਸੰਸਾਰ ਦਾ ਹਰ ਮਸੀਹੀ ਚੇਲਾ ਜਿਹੜਾ ਸੱਚਾ ਮਸੀਹੀ ਚੇਲਾ ਆ, ਜਦੋਂ ਉਹ ਮਿਲਦਾ ਆ ਤੇ ਅਸੀਂ ਸਾਰੇ ਮਿਲ ਕੇ ਇੱਕ ਹੀ ਦੁਲਹਨ ਬਣਦੇ ਆ, ਇੱਕੋ ਹੀ ਦੁਲਹਨ ਦੇ ਅਸੀਂ ਹਿੱਸੇ ਆ, ਉਹਦੇ ਅੰਗ ਆ ਅਸੀਂ। ਔਰ ਜਿਹੜਾ ਲਾੜਾ ਆ ਉਹ ਕਿੱਦਾਂ ਦੀ ਦੁਲਹਨ ਨੂੰ ਪਸੰਦ ਕਰਦਾ ਆ? ਜਿਹੜੀ ਆਪਣੇ ਦੂल्हे ਦੇ ਪ੍ਰਤੀ ਵਫਾਦਾਰ ਹੋਵੇ, ਜਿਹੜੀ ਆਪਣੇ ਦੂल्हे ਦੇ ਨਾਲ ਸੱਚਾਈ ਦੇ ਨਾਲ ਤੇ ਵਫਾਦਾਰੀ ਦੇ ਨਾਲ ਚੱਲੇ। ਹਾਲੇਲੂਇਆ। ਹੁਣ ਤੁਸੀਂ ਦੇਖੋ ਕਿ ਜੇ ਇੱਕ ਦੁਲਹਨ ਉਹਨੂੰ ਅੱਛਾ ਖਾਣਾ ਬਣਾਉਣਾ ਆਉਂਦਾ ਹੋਏ, ਅੱਛਾ ਮੇਕਅਪ ਕਰਨਾ ਆਉਂਦਾ ਹੋਏ, ਸੋਹਣੇ ਤਰੀਕੇ ਨਾਲ ਉਹਨੂੰ ਕੱਪੜੇ ਪਾਉਣੇ ਆਉਂਦੇ ਹੋਣ,
ਹੱਸਦੀ ਵੀ ਰਵੇ, ਪਰ ਉਹ ਆਪਣਾ ਰਿਸ਼ਤਾ ਪਿਛਲੇ ਬॉयਫ੍ਰੈਂਡ ਦੇ ਨਾਲੋਂ ਨਾ ਤੋੜੇ। ਕੀ ਉਹ ਆਪਣੇ ਦੂਲੇ ਨੂੰ ਪਸੰਦ ਆਊਗੀ? ਭਾਵੇਂ ਉਹਦਾ ਦੂਲਾ ਜਦੋਂ ਹੀ ਕੰਮ ਤੋਂ ਆਵੇ ਆਉਂਦਿਆਂ ਨੂੰ ਪਾਣੀ ਲੈ ਕੇ ਖਲੋਤੀ ਹੋਵੇ, ਜੂਸ ਬਣਾ ਕੇ ਖਲੋਤੀ ਹੋਵੇ, ਭਾਵੇਂ ਉਹ 36 ਪ੍ਰਕਾਰ ਦੇ ਉਹਨੇ ਵਿਅੰਜਨ ਤਿਆਰ ਕੀਤੇ ਹੋਣ, ਖੂਬ ਸੋਹਣੇ ਕੱਪੜੇ ਪਾ ਕੇ ਉਹ ਖਲੋਤੀ ਤੇ ਬੈਠੀ ਹੋਵੇ, ਪਰ ਉਹਦੀ ਕਨੈਕਸ਼ਨ ਪਿਛਲੇ ਰਿਸ਼ਤੇ ਨਾਲੋਂ ਨਾ ਟੁੱਟੀ ਹੋਵੇ, ਤਾਂ ਕੀ ਉਹ ਆਪਣੇ ਦੂਲੇ ਨੂੰ ਖੁਸ਼ ਕਰ ਸਕਦੀ ਹੈ? ਕੀ ਉਹ ਖੁਸ਼ ਕਰ ਸਕਦੀ ਹੈ? ਨਹੀਂ। ਪਰ ਜੇ ਇੱਕ ਦੁਲਹਨ ਆਪਣੇ ਦੂਲੇ ਪ੍ਰਤੀ ਵਫਾਦਾਰ ਹੋਏ ਤੇ ਆਪਣੀ ਪੁਰਾਣੀ ਇਨਸਾਨੀਅਤ ਨੂੰ ਛੱਡ ਦੇਵੇ, ਆਪਣੇ ਪੁਰਾਣੇ ਗਲਤ ਸੰਪਰਕਾਂ ਦੇ ਨਾਲੋਂ ਆਪਣੇ ਆਪ ਨੂੰ ਤੋੜ ਲਏ, ਕੀ ਉਹ ਆਪਣੇ ਦੂਲੇ ਨੂੰ ਪਸੰਦ ਆਏਗੀ ਕਿ ਨਹੀਂ ਆਏਗੀ? ਆਏਗੀ। ਇਹੀ ਚੀਜ਼ ਅਸੀਂ ਸਿੱਖਣੀ ਆ। ਔਰ ਇਸੇ ਚੀਜ਼ ਵਿੱਚ ਸਾਡੀਆਂ ਬਿਮਾਰੀਆਂ ਦਾ ਹੱਲ ਆ, ਸਾਡੇ ਛੁਟਕਾਰੇ ਦਾ ਹੱਲ ਆ, ਔਰ ਸਾਡੇ ਸਵਰਗ ਨੂੰ ਜਾਣ ਦਾ ਰਸਤਾ ਛੁਪਿਆ ਹੋਇਆ ਆ। ਜੇ ਇੱਕ ਦੁਲਹਨ ਸਾਰੇ ਕੰਮ ਕਰੇ ਪਰ ਗਲਤ ਰਿਸ਼ਤੇ ਚੋਂ ਬਾਹਰ ਨਾ ਆਏ ਤੇ ਉਹ ਆਪਣੇ ਦੂਲੇ ਨੂੰ ਪਸੰਦ ਨਹੀਂ ਆਉਂਦੀ, ਇਸ ਲਈ ਉਹਦਾ ਦੂਲਾ ਉਹਦੇ ਉੱਤੇ ਰੀਝਵਾਨ ਨਹੀਂ ਹੁੰਦਾ ਔਰ ਉਹਨੂੰ ਉਹ ਮਹਿਮਾ ਨਹੀਂ ਦਿੰਦਾ ਜਿਸ ਮਹਿਮਾ ਦੀ ਉਹ ਹੱਕਦਾਰ ਹੋਣੀ ਚਾਹੀਦੀ ਸੀ। ਇਸੇ ਹੀ ਤਰ੍ਹਾਂ ਅਸੀਂ ਜਦੋਂ ਮਸੀਹ ਵਿੱਚ ਆਉਂਦੇ ਹਾਂ, ਅਸੀਂ ਮਸੀਹ ਦੀ ਦੁਲਹਨ ਆ। ਵਚਨ 'ਚ ਲਿਖਿਆ, ਮੈਂ ਪਵਿੱਤਰ ਹਾਂ, ਤੁਸੀਂ ਪਵਿੱਤਰ ਬਣੋ। ਪਰਮੇਸ਼ਵਰ ਜੀ ਸਾਡੇ ਤੋਂ ਪਵਿੱਤਰਤਾ ਹੀ ਚਾਹੁੰਦੇ ਹਨ, ਪਰ ਅਸੀਂ ਪੁਰਾਣੇ ਸੰਪਰਕ ਨਹੀਂ ਖਤਮ ਕਰਦੇ। ਤੁਸੀਂ ਪ੍ਰਾਰਥਨਾ ਕਰਦੇ ਹੋ ਸਕਦੇ ਠੀਕ ਉਸ ਦੁਲਹਨ ਦੇ ਵਾਂਗ, ਜਿੱਦਾਂ ਉਹ ਖਾਣਾ ਤਾਂ ਬਣਾਉਂਦੀ ਆ, ਆਪਣੇ ਦੂਲੇ ਦੇ ਕੱਪੜੇ ਵੀ ਧੋਂਦੀ ਆ, ਉਹ ਉਹਦੇ ਆਏ ਤੇ ਪਾਣੀ ਵੀ ਸੇਵ ਕਰਦੀ ਆ। ਇਸੇ ਤਰ੍ਹਾਂ ਤੁਸੀਂ ਵਰਤ ਵੀ ਰੱਖਦੇ ਹੋ ਸਕਦੇ ਆ, ਤੁਸੀਂ ਪ੍ਰਾਰਥਨਾ ਵੀ ਕਰਦੇ ਹੋ ਸਕਦੇ ਆ, ਤੁਸੀਂ ਚਰਚ ਨੂੰ ਵੀ ਆਉਂਦੇ ਹੋ ਸਕਦੇ ਆ। ਪਰ ਜੇਕਰ ਤੁਸੀਂ ਪੁਰਾਣੇ ਖਰਾਬ ਸੁਭਾਅ ਨੂੰ ਨਹੀਂ ਛੱਡਿਆ, ਜੇਕਰ ਤੁਸੀਂ ਉਸ ਚੀਜ਼ ਚੋਂ ਬਾਹਰ ਨਹੀਂ ਨਿਕਲੇ ਜਿੱਥੋਂ ਪਰਮੇਸ਼ਵਰ ਨੇ ਤੁਹਾਨੂੰ ਬਾਹਰ ਕੱਢਿਆ ਆ, ਫੇਰ ਤੁਸੀਂ ਸਵਰਗ ਨੂੰ ਨਹੀਂ ਜਾ ਸਕਦੇ। ਫੇਰ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਨਜਾਤ ਨਹੀਂ ਪਾ ਸਕਦੇ। ਫੇਰ ਤੁਸੀਂ ਆਪਣੇ ਜਿਹੜੇ ਬੰਧਨ ਆ ਤੁਹਾਨੂੰ ਲੱਗੇ ਹੋਏ, ਉਹਨਾਂ ਤੋਂ ਤੁਸੀਂ ਆਜ਼ਾਦੀ ਨਹੀਂ ਲੈ ਸਕਦੇ। ਪਰ ਫਿਰ ਤੁਸੀਂ ਪਰੇਸ਼ਾਨ ਜ਼ਰੂਰ ਰਹਿਣਾ ਆ ਵੀ ਅਸੀਂ ਤਾਂ ਚਰਚ ਨੂੰ ਜਾਂਦੇ ਆ, ਅਸੀਂ ਤਾਂ ਪ੍ਰਾਰਥਨਾ ਕਰਦੇ ਆ, ਪਰ ਕਿਉਂ ਕਿਰਪਾ ਸਾਡੇ ਉੱਤੇ ਨਹੀਂ ਹੋ ਰਹੀ? ਕਿਉਂ ਸਾਡੀ ਬਰਕਤ ਰੁਕੀ ਹੋਈ ਕਿਉਂ ਨਹੀਂ ਸਾਨੂੰ ਮਿਲ ਰਹੀ? ਕਿਉਂਕਿ ਸੰਸਾਰ ਦੇ ਦੂਲੇ ਤੋਂ ਤਾਂ ਕੁਝ ਚੀਜ਼ਾਂ ਛੁਪੀਆਂ ਹੋ ਸਕਦਾ ਰਹਿ ਜਾਣ, ਪਰ ਜਿਹੜਾ ਯਿਸੂ ਦੂਲਾ ਆ ਉਹਦੇ ਤੋਂ ਕੁਝ ਵੀ ਛੁਪਿਆ ਹੋਇਆ ਨਹੀਂ ਆ। ਇਹ ਨਹੀਂ ਕਿ ਅੱਜ ਤਾਂ ਤੁਸੀਂ ਇੱਥੇ ਬੈਠੇ ਹੋ ਤੇ ਕੱਲ ਨੂੰ ਤੁਸੀਂ ਕੱਚੀ ਲੱਸੀ ਕਿਤੇ ਹੋਰ ਪਾ ਰਹੇ ਹੋਵੋ, ਤੇ ਗਲੀ ਗਵਾਂਢ ਤੁਸੀਂ ਆਡਾ ਲਾ ਕੇ ਬੈਠੇ ਹੋਵੋ, ਨਿਆਣਿਆਂ ਦੇ ਵਿਆਹ ਨਹੀਂ ਹੁੰਦੇ ਤੇ ਟੇਵੇ ਲੈ ਕੇ ਤੁਰੇ ਹੋਵੋ, ਪੁੱਛਾਂ ਪਵਾਉਣ ਤੁਸੀਂ ਜਾਂਦੇ ਹੋਵੋ, ਤੇ ਫਿਰ ਤੁਸੀਂ ਕਹੋ ਅਸੀਂ ਤਾਂ ਹਰ ਸੰਡੇ ਨੂੰ ਚਰਚ ਨੂੰ ਜਾਂਦੇ ਆ, ਪਤਾ ਨਹੀਂ ਚੰਗੇ ਰਿਸ਼ਤੇ ਕਾਹਤੋਂ ਨਹੀਂ ਆਉਂਦੇ। ਫਿਰ ਅੱਜ ਤੁਹਾਨੂੰ ਪਤਾ ਲੱਗ ਗਿਆ ਕਾਹਤੋਂ ਨਹੀਂ ਆਉਂਦੇ। ਹੁਣ ਪੁਰਾਣੀਆਂ ਡੋਰਾਂ ਤੋੜ ਸੁੱਟੋ, ਪੁਰਾਣੀਆਂ ਚੀਜ਼ਾਂ ਚੋਂ ਮੁੜੋ। ਅੱਜ ਦਾ ਬਚਨ ਇਹੀ ਆ ਕਿ ਆਪਾਂ ਪੁਰਾਣੀਆਂ ਚੀਜ਼ਾਂ ਚੋਂ ਬਾਹਰ ਨਿਕਲਣਾ ਆ। ਹਾਲੇਲੂਇਆ। ਆਪਾਂ ਯੈਸਾਇਆ 30:19 ਦੇ ਵਿੱਚ ਦੇਖਦੇ ਆ, ਕਹਿੰਦਾ ਹੇ ਲੋਕੋ ਜਿਹੜੇ ਯਰੂਸ਼ਲਮ ਵਿੱਚ ਸਿਓਨ ਤੇ ਵੱਸਦੇ ਹੋ, ਤੁਸੀਂ ਫੇਰ ਕਦੇ ਨਾ ਰੋਵੋਗੇ। ਉਹ ਤੁਹਾਡੀ ਦੁਹਾਈ ਦੀ ਆਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ। ਜਦ ਉਹ ਉਸ ਨੂੰ ਸੁਣੇਗਾ, ਉਹ ਤੁਹਾਨੂੰ ਉੱਤਰ ਦੇਵੇਗਾ। ਭਾਵੇਂ ਪ੍ਰਭੂ ਤੁਹਾਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ, ਤਾਂ ਵੀ ਤੁਹਾਡਾ ਗੁਰੂ ਆਪ ਨੂੰ ਨਾ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਆਪਣੇ ਗੁਰੂ ਨੂੰ ਵੇਖਣਗੀਆਂ ਅਤੇ ਤੁਹਾਡੇ ਕੰਨ ਤੁਹਾਡੇ ਪਿੱਛੋਂ ਇਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਇਹੋ ਹੀ ਹੈ, ਇਸ ਵਿੱਚ ਚੱਲੋ। ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ, ਤਾਂ ਤੁਸੀਂ ਚਾਂਦੀ ਨਾਲ ਮੜੀਆਂ ਹੋਈਆਂ ਆਪਣੀਆਂ ਉਕਰੀਆਂ ਮੂਰਤਾਂ ਨੂੰ ਅਤੇ ਸੋਨਾ ਚੜੇ ਹੋਏ ਆਪਣੇ ਢਲੇ ਹੋਏ ਬੁੱਤਾਂ ਨੂੰ ਭ੍ਰਿਸ਼ਟ ਕਰੋਗੇ।
ਤੂੰ ਉਹਨਾਂ ਨੂੰ ਗੰਦੀਆਂ ਚੀਜ਼ਾਂ ਵਾਂਗ ਖਿਲਾਰ ਦੇਵੇਂਗਾ। ਤੂੰ ਉਹਨਾਂ ਨੂੰ ਆਖੇਂਗਾ ਨਿਕਲ ਜਾਓ। ਉਹ ਉਸ ਬੀ ਲਈ ਜਿਹੜਾ ਤੂੰ ਜ਼ਮੀਨ ਵਿੱਚ ਬੀਜੇਂਗਾ ਮੀਂਹ ਘੱਲੇਗਾ, ਨਾਲੇ ਜ਼ਮੀਨ ਦੀ ਪੈਦਾਵਾਰ ਤੋਂ ਰੋਟੀ ਵੀ ਜਿਹੜੀ ਮੋਟੀ ਅਤੇ ਵਾਫਰ ਹੋਵੇਗੀ। ਆਮੀਨ, ਹਾਲੇਲੂਇਆ। ਇੱਥੇ ਲਿਖਿਆ, ਹੈ ਯਰੂਸ਼ਲਮ ਦੇ ਵਾਸੀਓ ਜਿਹੜੇ ਸਿਯੋਨ ਦੇ ਵਸਦੇ ਹੋ। ਅਸੀਂ ਯਰੂਸ਼ਲਮ ਦੇ ਵਾਸੀ ਹਾਂ, ਅਸੀਂ ਪਰਮੇਸ਼ਵਰ ਦਾ ਚੁਣਿਆ ਹੋਇਆ ਘਰਾਣਾ ਆ ਔਰ ਪਵਿੱਤਰ ਸਥਾਨ ਤੇ ਵਸਣ ਵਾਲੇ ਲੋਕ ਆ। ਸਿਯੋਨ ਮਤਲਬ ਪਵਿੱਤਰਤਾਈ ਦੀ ਨਿਸ਼ਾਨੀ। ਅਸੀਂ ਪਵਿੱਤਰ ਸਥਾਨ ਤੇ ਵਸਣ ਵਾਲੇ ਲੋਕ ਆ, ਪਰਮੇਸ਼ਵਰ ਵੱਲ ਨੂੰ ਅੱਖਾਂ ਲਗਾਉਣ ਵਾਲੇ ਲੋਕ ਆ। ਔਰ ਵਚਨ ਦੇ ਵਿੱਚ ਲਿਖਿਆ, ਤੁਸੀਂ ਫੇਰ ਕਦੇ ਨਾ ਰੋਵੋਗੇ। ਜੇ ਤੁਸੀਂ ਮੋੜ ਆਓਗੇ, ਕਹਿੰਦਾ ਫੇਰ ਤੁਸੀਂ ਕਦੀ ਨਹੀਂ ਰੋਵੋਗੇ। ਤੁਸੀਂ ਜਿਹੜੀਆਂ ਦੁਹਾਈਆਂ ਦੋਗੇ, ਤੁਹਾਡੀ ਆਵਾਜ਼ ਨੂੰ ਸੁਣੂਗਾ ਤੇ ਤੁਹਾਡੇ ਉੱਤੇ ਕਿਰਪਾ ਕਰੇਗਾ। ਕਹਿੰਦਾ ਉਹ ਤੁਹਾਨੂੰ ਉੱਤਰ ਵੀ ਦੇਵੇਗਾ। ਜੋ ਕੁਝ ਤੁਸੀਂ ਪਰਮੇਸ਼ਵਰ ਤੋਂ ਪੁੱਛਣਾ ਚਾਹੁੰਦੇ ਆ, ਜੋ ਤੁਹਾਡੇ ਸਵਾਲ ਆ, ਉਹ ਤੁਹਾਨੂੰ ਉੱਤਰ ਦੇਵੇਗਾ ਤੁਹਾਡੀਆਂ ਪ੍ਰਾਰਥਨਾਵਾਂ ਦੇ। ਕਹਿੰਦਾ ਹੋ ਸਕਦਾ ਭਾਵੇਂ ਤੁਹਾਡੇ ਕੋਲੇ ਥੋੜੀ ਰੋਟੀ ਹੋਵੇ, ਕਸ਼ਟ ਦੀ ਰੋਟੀ ਹੋਵੇ, ਦੁੱਖ ਦੀ ਰੋਟੀ ਹੋਵੇ, ਪਰ ਕਹਿੰਦਾ ਉਹ ਆਪਣੇ ਆਪ ਨੂੰ ਤੁਹਾਡੇ ਤੋਂ ਨਹੀਂ ਲੁਕਾਵੇਗਾ। ਹੋ ਸਕਦਾ ਤੁਸੀਂ ਤੰਗੀ ਦੇ ਹਾਲਾਤ ਵਿੱਚ ਹੋਵੋ। ਪਰਮੇਸ਼ਵਰ ਉਹ ਪਰਮੇਸ਼ਵਰ ਨਹੀਂ ਆ ਜਿਹੜਾ ਪੱਖਪਾਤ ਕਰਦਾ ਕਿ ਮੈਂ ਅਮੀਰਾਂ ਦਾ ਪਰਮੇਸ਼ਵਰ ਆ ਪਰ ਗਰੀਬਾਂ ਦਾ ਨਹੀਂ। ਦੁਨੀਆ ਦੇ ਪਰਮੇਸ਼ਵਰ ਇਦਾਂ ਦੇ ਹੀ ਆ, ਪਰ ਕਹਿੰਦਾ ਜਿਹੜਾ ਮੇਰੇ ਅੰਦਰ ਵਸਦਾ ਉਹ ਮਹਾਨ ਆ। ਜਿਹੜਾ ਮੇਰੇ ਅੰਦਰ ਵਸਦਾ ਆ ਉਹ ਇਨਸਾਫ ਕਰਨ ਵਾਲਾ ਪਰਮੇਸ਼ਵਰ ਆ। ਉਹ ਇਦਾਂ ਨਹੀਂ ਕਿ ਜੇ ਤੁਸੀਂ 4100 ਦਾ ਪ੍ਰਸ਼ਾਦ ਕਰਾਓਗੇ ਕਿਰਪਾ ਵੱਡੀ ਹੋਊਗੀ, ਤੇ ਜੇ ਤੁਸੀਂ 100 ਰੁਪਏ ਵਾਲਾ ਕਰਵਾਓਗੇ ਤੇ ਕਿਰਪਾ ਛੋਟੀ ਹੋਊਗੀ। ਕਿਰਪਾ ਤਾਂ ਕਿਰਪਾ ਆ। ਮੇਰਾ ਪਰਮੇਸ਼ਵਰ ਜਾਣਦਾ ਆ ਕਿ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਹੋ। ਉਹ ਤਾਂ ਥੋੜੇ ਚੋਂ ਥੋੜਾ ਦੇਣ ਵਾਲੇ ਦੇ ਉੱਤੇ ਵੀ ਬਹੁਤਾ ਮਿਹਰਬਾਨ ਹੋਣ ਵਾਲਾ ਪਰਮੇਸ਼ਵਰ ਆ। ਹਾਲੇਲੂਇਆ। ਔਰ ਕਹਿੰਦਾ ਉਹ ਆਪਣੇ ਆਪ ਨੂੰ ਤੁਹਾਡੇ ਤੋਂ ਨਹੀਂ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਆਪਣੇ ਗੁਰੂ ਨੂੰ ਵੇਖਣਗੀਆਂ, ਆਪਣੇ ਪਰਮੇਸ਼ਵਰ ਨੂੰ ਤੁਹਾਡੀਆਂ ਅੱਖਾਂ ਵੇਖਣਗੀਆਂ। ਔਰ ਜਦੋਂ ਤੁਸੀਂ ਕਹਿੰਦਾ ਭ੍ਰਿਸ਼ਟ ਚੀਜ਼ਾਂ ਨੂੰ ਆਪਣੇ ਜੀਵਨ ਚੋਂ ਕੱਢ ਦਿਓਗੇ, ਜਿਹੜੀਆਂ ਇੱਥੇ ਲਿਖੀਆਂ ਆ ਤੇ ਸਮਝਣ ਵਾਲਿਆਂ ਦੀ ਸਮਝ ਵਿੱਚ ਆ ਗਈਆਂ ਆ, ਤੇ ਕਹਿੰਦਾ ਫਿਰ ਜਿਹੜਾ ਬੀਜ ਤੁਸੀਂ ਬੀਜੋਗੇ ਨਾ ਆਪਣੀ ਧਰਤੀ ਦੇ ਵਿੱਚ, ਜਿਹੜੇ ਕੰਮ ਨੂੰ ਤੁਸੀਂ ਹੱਥ ਪਾਓਗੇ, ਕਹਿੰਦਾ ਉਹ ਵੇਲੇ ਸਿਰ ਮੀਂਹ ਘੱਲੂਗਾ ਤੇ ਕਹਿੰਦਾ ਮੋਟੀ ਫਸਲ ਹੋਊਗੀ ਤੇ ਚੰਗੀ ਪੈਦਾਵਾਰ ਹੋਊਗੀ। ਹਾਲੇਲੂਇਆ। ਤੁਸੀਂ ਕੰਮ ਕਰੋਗੇ ਨਾ ਤੇ ਤੁਹਾਨੂੰ ਬਰਕਤ ਮਿਲੂਗੀ। ਬਹੁਤ ਸਾਰੇ ਲੋਕ ਕਹਿੰਦੇ ਅਸੀਂ ਕੰਮ ਤਾਂ ਬਹੁਤ ਕਰਦੇ ਆ ਪਰ ਬਰਕਤ ਨਹੀਂ ਰਹਿੰਦੀ, ਪੈਸਾ ਤਾਂ ਬਹੁਤ ਕਮਾਉਂਦੇ ਆ ਪਰ ਟਿਕਦਾ ਨਹੀਂ, ਕਿਉਂਕਿ ਕੁਝ ਭ੍ਰਿਸ਼ਟ ਚੀਜ਼ਾਂ ਸਾਡੇ ਜੀਵਨ ਵਿੱਚ ਪਈਆਂ ਆ ਜਿਹੜੀਆਂ ਚੋਰੀ ਕਰੀ ਜਾਂਦੀਆਂ ਆ। ਇਸ ਲਈ ਆਪਾਂ ਹੁਣ ਉਹਨਾਂ ਰਾਹਾਂ ਤੋਂ ਮੁੜਨਾ ਆ। ਇਹ ਸਾਲ ਜਿਹੜਾ ਆ ਇਹ ਖੋਜੇਵਾਲ ਦੀ ਕਲੀਸਿਆ ਦਾ ਤੇ ਖੋਜੇਵਾਲ ਚਰਚ ਦੀ ਤਰੱਕੀ ਦਾ ਸਾਲ ਆ। ਇਹ ਉਹ ਸਾਲ ਆ ਜਿਹਨੂੰ ਤੁਸੀਂ ਵਰਿਆਂ ਤੋਂ ਉਡੀਕ ਰਹੇ ਸੀਗੇ। ਪਿਛਲੇ ਵਰਿਆਂ ਤੋਂ ਅਸੀਂ ਉਡੀਕ ਰਹੇ ਸੀ ਇਸ ਸਾਲ ਨੂੰ। ਔਰ ਇਹ ਉਹ ਵਾਅਦੇ ਦਾ ਸਾਲ ਆ ਜਿਸ ਸਾਲ ਵਿੱਚ ਅਸੀਂ ਵਾਅਦੇ ਦੀ ਧਰਤੀ ਤੇ ਪੈਰ ਰੱਖਾਂਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ। ਉਹ ਧਰਤੀ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਹਿੰਦੀਆਂ ਆ। ਔਰ ਜਿੰਨੇ ਉਸ ਧਰਤੀ ਤੇ ਜਾਣਾ ਚਾਹੁੰਦੇ ਆ, ਭਾਵ ਜਿੰਨੇ ਆਪਣੀ ਲਾਈਫ ਦੇ ਵਿੱਚ ਬਰਕਤ ਨੂੰ ਦੇਖਣਾ ਚਾਹੁੰਦੇ ਆ, ਪਲੀਜ਼ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ, ਤੁਸੀਂ ਆਪਣੇ ਜੀਵਨ ਦੇ ਵਿੱਚੋਂ ਇੱਕ ਇੱਕ ਕਰਕੇ ਬੁਰਾਈ ਨੂੰ ਛੱਡਣਾ ਸ਼ੁਰੂ ਕਰੋ, ਕੱਢਣਾ ਸ਼ੁਰੂ ਕਰੋ। ਤੁਸੀਂ ਕੱਢਣ ਦੀ ਬਸ ਤਿਆਰੀ ਕਰਨੀ ਆ, ਪਰਮੇਸ਼ਵਰ ਜੀ ਨੇ ਤੁਹਾਡੀ ਮਦਦ ਕਰਨੀ ਆ ਔਰ ਤੁਸੀਂ ਸਫਲ ਹੋ ਜਾਣਾ। ਔਰ ਜਿੱਦਾਂ ਜਿੱਦਾਂ ਤੁਸੀਂ ਬੁਰਾਈ ਚੋਂ ਬਾਹਰ ਨਿਕਲਣਾ, ਬਰਕਤਾਂ ਨੇ ਤੁਹਾਡੀ ਲਾਈਫ ਵਿੱਚ ਐਂਟਰ ਕਰਨ ਲੱਗ ਜਾਣਾ ਆ। ਹਾਲੇਲੂਇਆ। ਇਸ ਲਈ ਜੇ ਕੋਈ ਜੂਆ ਖੇਡਦਾ ਆ ਤੇ ਉਹ ਅੱਜ ਪ੍ਰਾਰਥਨਾ ਕਰੇ ਕਿ ਮੈਂ ਪ੍ਰਭੂ ਜੂਆ ਛੱਡਣ ਦੇ ਲਈ ਤਿਆਰ ਆ, ਮੇਰੀ ਮਦਦ ਕਰੋ। ਜੇ ਕਿਸੇ ਨੂੰ ਲਾਟਰੀਆਂ ਪਾਉਣ ਦੀ ਬੁਰੀ ਆਦਤ ਲੱਗੀ, ਉਹ ਕਹੇ ਪ੍ਰਭੂ ਮੈਂ ਇਸ ਬੁਰੀ ਆਦਤ ਨੂੰ ਛੱਡਣ ਦੇ ਲਈ ਤਿਆਰ ਆ, ਤੁਸੀਂ ਮੇਰੀ ਮਦਦ ਕਰੋ। ਜੇ ਕੋਈ ਵਿਭਚਾਰ ਦੇ ਵਿੱਚ ਫਸਿਆ, ਉਹ ਕਹੇ ਪ੍ਰਭੂ ਮੈਂ ਵਿਭਚਾਰ ਚੋਂ ਬਾਹਰ ਆਉਣ ਦੇ ਲਈ ਤਿਆਰ ਆ, ਮੇਰੀ ਮਦਦ ਕਰੋ। ਪ੍ਰਭੂ ਮੈਂ ਇਸ ਵਰੇ ਦੇ ਵਿੱਚ ਤੁਹਾਡੀਆਂ ਬਰਕਤਾਂ ਨੂੰ ਦੇਖਣਾ ਚਾਹੁੰਦਾ ਆ। ਪ੍ਰਭੂ ਮੈਂ ਇਸ ਵਰੇ 'ਚ ਤੁਹਾਡੇ ਨੇੜੇ ਆਉਣਾ ਚਾਹੁੰਦਾ ਆ। ਪ੍ਰਭੂ ਮੈਂ ਇਸ ਵਰੇ ਦੇ ਵਿੱਚ ਤੁਹਾਡੀ ਪਵਿੱਤਰ ਪਰਜਾ ਦਾ ਅੰਗ ਬਣਨਾ ਚਾਹੁੰਦਾ, ਮੈਂਬਰ ਬਣਨਾ ਚਾਹੁੰਦਾ ਆ। ਪ੍ਰਭੂ ਮੇਰੇ ਉੱਤੇ ਕਿਰਪਾ ਕਰੋ, ਮੇਰੇ ਉੱਤੇ ਰਹਿਮ ਕਰੋ। ਸੋ ਅੱਜ ਤੋਂ ਲੈ ਕੇ ਹਮੇਸ਼ਾ ਤੀਕਰ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ ਔਰ ਇਹ ਸਾਲ ਤੁਹਾਡੀ ਤੇ ਤੁਹਾਡੇ ਘਰਾਣੇ ਦੀ ਤਰੱਕੀ ਦਾ ਸਾਲ ਹੋਏ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ।
ਆਮੇਨ। ਇੱਥੇ ਹਰ ਐਤਵਾਰ ਤੇ ਹਰ ਵੀਰਵਾਰ ਪ੍ਰਾਰਥਨਾ ਹੁੰਦੀ ਹੈ। ਜੇਕਰ ਤੁਸੀਂ ਦੁਖੀ ਤੇ ਬਿਮਾਰ ਹੋ ਤੇ ਤੁਸੀਂ ਇੱਥੇ ਆ ਕੇ ਪ੍ਰਾਰਥਨਾ ਕਰਵਾ ਸਕਦੇ ਹੋ। ਦ ਓਪਨ ਡੋਰ ਚਰਚ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ, ਜੋ ਕਿ ਪਵਿੱਤਰ ਬਾਈਬਲ ਬੇਸਡ ਮਿਨਿਸਟਰੀ ਹੈ। ਸੇਵਕਾਈ ਨੂੰ ਸਹਿਯੋਗ ਕਰਨ ਲਈ ਆਪਣੇ ਦਾਨ, ਭੇਟਾਂ ਤੇ ਦਸਵੰਧ ਪ੍ਰਭੂ ਦੇ ਘਰ ਖੋਜੇਵਾਲ ਸੇਵਕਾਈ ਵਿੱਚ ਭੇਜੋ। ਤੁਸੀਂ ਆਪਣੀਆਂ ਦਾਨ ਰਾਸ਼ੀਆਂ ਸਾਨੂੰ ਆਨਲਾਈਨ ਇਸ ਪਤੇ ਤੇ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਪੇਟੀਐਮ, ਫੋਨਪੇ ਤੇ ਗੂਗਲ ਪੇ ਵੀ ਕਰ ਸਕਦੇ ਹੋ। ਰੱਬ ਤੁਹਾਨੂੰ ਬਰਕਤ ਦੇ।